ਪਾਰਲੀਮੈਂਟ ਦਾ ਅਸਰ ਜਿਹੜਾ ਖੇਤੀਬਾੜੀ ਮੰਤਰੀ ਤੇ ਹੁੰਦਾ ਹੈ ਜਾਂ ਫਿਰ ਉਹ ਇਗਨੋਰ ਕਰ ਦਿੰਦੇ ਆ? ਅੰਦਰ ਖਾਤੇ ਉਹ ਸਾਨੂੰ ਕਹਿੰਦੇ ਨੇ ਵੀ ਗੱਲ ਤੁਹਾਡੀ ਠੀਕ ਹੈ, ਅਸੀਂ ਫਸ ਗਏ ਹਾਂ, ਸਾਨੂੰ ਸਮਾਂ ਦੇ ਦਿਓ ਜਾਂ ਕੋਈ ਹੱਲ ਕੱਢੋ ਤਾਂ ਕਿ ਸਾਡੀ ਇੱਜ਼ਤ ਬਚ ਜਾਏ। ਹੁਣ ਉਹਨਾਂ ਨੇ ਇਹਨੂੰ ਇੱਜ਼ਤ ਦਾ ਸਵਾਲ ਬਚਾਇਆ ਹੋਇਆ। ਮੇਜ਼ ਦੇ ਉੱਤੇ ਦਲੀਲ ਨਾਲ ਪਰਖਣ ਵਾਸਤੇ ਉਹ ਫੇਲ ਹੋ ਗਏ ਨੇ, ਅਸੀਂ ਜਿੱਤੇ ਹੋਏ ਹਾਂ। ਸਾਡੇ ਦੇਸ਼ ਵਿੱਚ ਅੱਜ ਜਿਹੜੀ ਸਰਕਾਰ ਹੈ ਇਹਦੇ ਮੰਤਰੀਆਂ ਦੇ ਪੱਲੇ ਕੱਖ ਨਹੀਂ ਹੈ। ਇਹ ਤਾਂ ਜੋ ਇਹਨਾਂ ਨੂੰ ਉੱਪਰੋਂ ਹਦਾਇਤ ਹੋਊਗੀ ਉਹ ਬੋਲ ਦਿੰਦੇ ਨੇ। ਦੋ ਆਦਮੀ ਨੇ ਜਿਨ੍ਹਾਂ ਦੇ ਕੋਲ ਤਾਕਤ ਹੈ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ। ਉਹ ਦੋਹਾਂ ਦਾ ਹਾਲੇ ਕਿਸਾਨਾਂ ਨੂੰ ਸਤਾਉਣ ਦਾ ਢਿੱਡ ਭਰਿਆ ਨਹੀਂ। ਤੁਹਾਡੀ ਪਾਰਲੀਮੈਂਟ ਦਾ ਕਿੰਨਾ ਅਸਰ ਹੈ ਜਿਹੜੇ ਲੋਕਾਂ ਦੀ ਨੇ ਜਿਹੜੇ ਨੁਮਾਇੰਦੇ ਚੁਣ ਕੇ ਭੇਜੇ ਉਹਨਾਂ ਦੀ ਪਾਰਲੀਮੈਂਟ? ਉਸ ਪਾਰਲੀਮੈਂਟ ਵਿੱਚ ਹੋ ਹੱਲਾ ਹੁੰਦਾ ਹੈ, ਕੋਈ ਮਤਲਬ ਦੀ ਗੱਲ ਨਹੀਂ ਹੁੰਦੀ। ਜੇ ਬਹਿਸ ਹੁੰਦੀ ਹੈ ਉਹ ਵੀ ਕੋਈ ਸਾਰਥਕ ਨਹੀਂ ਹੁੰਦੀ। ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ, ਉਹ ਕਹਿੰਦੇ ਕਿ 15 ਅਗਸਤ ਨੂੰ ਅਸੀਂ ਦਿੱਲੀ ਤੇ ਝੰਡਾ ਫਹਿਰਾਉਣਾ। ਇਹ ਟਕੈਤ ਸਾਹਿਬ ਕਈ ਵਾਰੀ ਉਹ ਵੀ ਹੱਦਾਂ ਪਾਰ ਕਰ ਜਾਂਦੇ ਨੇ। ਮੈਂ ਬੜੀ ਵਾਰੀ ਉਹਨਾਂ ਨੂੰ ਸਮਝਾਇਆ ਵੀ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਜਿਹੜਾ ਵੀ ਅੰਦੋਲਨ ਪੰਜਾਬ ਤੋਂ ਚੱਲ ਪਿਆ ਅੱਜ ਤੱਕ ਕਦੇ ਹਾਰਿਆ ਨਹੀਂ। ਬਹੁਤ ਲੋਕ ਕਹਿੰਦੇ ਕਿ ਕਿਸਾਨ ਆਗੂ ਜਿਹੜੇ ਆ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਵੀ ਆਉਣਾ ਚਾਹੀਦਾ ਹੈ, ਚੋਣਾਂ ਵੀ ਲੜਨੀਆਂ ਚਾਹੀਦੀਆਂ ਕਿਉਂਕਿ ਬਦਲਾਅ ਹੋਣ ਕੁਛ। ਕੁਦਰਤ ਆ ਕੇ ਕਦੇ ਡਾਂਗ ਨਹੀਂ ਮਾਰਦੀ। ਉਹ ਤਾਂ ਵਿਨਾਸ਼ਕਾਲੇ ਵਿਪਰੀਤ ਬੁੱਧੀ ਉਹ ਬੁੱਧੀ ਭ੍ਰਿਸ਼ਟ ਕਰ ਦਿੰਦੀ ਹੈ। ਮੈਨੂੰ ਲੱਗਦਾ ਵੀ ਇਹ ਬੁੱਧੀ ਭ੍ਰਿਸ਼ਟ ਹੋਈ ਹੈ ਇਹਨਾਂ ਦੀ। ਜੇ ਅੱਜ ਸਾਡਾ ਕੋਈ ਕੰਮ ਨਹੀਂ ਸੀ, ਅਸੀਂ ਬੰਗਾਲ ਜਾ ਕੇ ਇਹਨਾਂ ਦਾ ਵਿਰੋਧ ਕੀਤਾ, ਪਰ ਜਦੋਂ ਇਹ ਹੋਰ ਕੋਈ ਭਾਸ਼ਾ ਹੀ ਨਹੀਂ ਸਮਝਦੇ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਬਲਬੀਰ ਸਿੰਘ ਰਾਜੇਵਾਲ ਕਿਸ ਤਰ੍ਹਾਂ ਦੇਖਦੇ ਨੇ? ਸਾਰੀਆਂ ਪਾਰਟੀਆਂ ਇਹ ਦਾਅਵਾ ਕਰ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। 2 ਮਹੀਨੇ ਪਹਿਲਾਂ ਇਲੈਕਸ਼ਨ ਕੈਂਪੇਨ ਤੇਜ਼ ਹੁੰਦੀ ਹੈ, ਪਰ ਸਾਡੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਪਤਾ ਨਹੀਂ ਕੀ ਹੋ ਗਿਆ। ਕਿਸਾਨ ਇੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ ਤੇ ਉਹਨਾਂ ਨੂੰ ਆਪਣੀ ਚੋਣ ਹੁਣੇ ਦਿਖਾਈ ਦੇਣ ਲੱਗ ਗਈ। ਹੁਣ ਲੋਕ ਜਾਗਰੂਕ ਹੋ ਗਏ। ਲੋਕ ਡਿਫਰੈਂਸ਼ੀਏਟ ਕਰਦੇ ਨੇ ਵੀ ਕਿਹੜੇ ਲੋਕ ਸਾਡੇ ਲਈ ਲੜਦੇ ਨੇ, ਕਿਹੜੇ ਸਾਡੇ ਲਈ ਨਹੀਂ ਲੜਦੇ। ਤੇ ਉਦੋਂ ਲੋਕਾਂ ਨੂੰ ਸਮਝ ਆ ਗਈ ਵੀ ਸਾਡੇ ਨਾਲ ਲੜਨ ਵਾਲੇ ਕੌਣ ਲੋਕ ਨੇ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚਲਾ ਰਹੇ ਨੇ। ਬਹੁਤ ਉਤਾਰ ਚੜਾਵ ਆਏ ਔਰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਪੰਜਾਬ ਹਰਿਆਣਾ ਤੋਂ ਕਿਸਾਨ ਨਿਕਲੇ ਸੀ ਦਿੱਲੀ ਦੇ ਬਾਰਡਰਾਂ ਨੂੰ। ਉਸ ਤੋਂ ਬਾਅਦ ਲਗਾਤਾਰ ਹੋਰ ਵੀ ਦਿੱਕਤਾਂ ਬਹੁਤ ਸਾਰੀਆਂ ਆਈਆਂ, ਬਹੁਤ ਸਾਰੀਆਂ ਹਨੇਰੀਆਂ ਝੁੱਲੀਆਂ ਨੇ। 8 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਬਾਰਡਰਾਂ ਤੇ ਬੈਠਿਆਂ ਨੂੰ। ਔਰ ਗੱਲ ਬਣੇਗੀ ਕੀ? ਕਦੋਂ ਗੱਲ ਬਣੇਗੀ? ਕਦੋਂ ਇਹ ਮਸਲਾ ਹੱਲ ਹੋਏਗਾ ਤੇ ਕਦੋਂ ਕਿਸਾਨ ਵਾਪਸ ਘਰਾਂ ਨੂੰ ਮੁੜਨਗੇ? तमाम ਮਸਲਿਆਂ ਤੇ ਗੱਲਬਾਤ ਕਰਾਂਗੇ। ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਰਾਜੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਬਹੁਤ ਮਿਹਰਬਾਨੀ। ਸਭ ਤੋਂ ਪਹਿਲਾ ਸਵਾਲ ਅੰਦੋਲਨ ਨੂੰ ਲੈ ਕੇ ਵੀ ਗੱਲਾਂ ਕਰਾਂਗੇ। ਲਗਾਤਾਰ 2-3 ਦਿਨਾਂ ਤੋਂ ਮੈਂ ਇਨ ਟੱਚ ਹਾਂ ਤੁਹਾਡੇ। ਜਦੋਂ ਵੀ ਗੱਲ ਹੁੰਦੀ ਹੈ ਕਹਿੰਦੇ ਹਸਪੀਟਲਾਂ। ਸਭ ਤੋਂ ਪਹਿਲਾਂ ਸਿਹਤ ਕਿਵੇਂ ਹੁਣ ਤੁਹਾਡੀ? ਇਸੇ ਠੀਕ ਹੈ, ਉਮਰ ਦਾ ਤਕਾਜ਼ਾ ਹੈ। ਗੱਡੀ ਢਿੱਲੀ ਹੋ ਜਾਂਦੀ ਹੈ ਕਿਸੇ ਵੇਲੇ, ਕਈ ਵਾਰੀ ਮੌਸਮ ਦੀ ਵਜ੍ਹਾ ਕਰਕੇ ਵੀ ਹੋ ਜਾਂਦਾ। ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਫਿਰ ਸਰੀਰ ਜਦੋਂ ਬਰਦਾਸ਼ਤ ਨਹੀਂ ਕਰਦਾ, ਮੁਸ਼ਕਲਾਂ ਕਈ ਕੜੀਆਂ ਹੋ ਜਾਂਦੀਆਂ। ਤਾਂ ਖੈਰ ਹੁਣ ਮੈਂ ਠੀਕ ਹਾਂ। ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਤਾਂ ਕਰਕੇ ਫਿਰ ਚਲੋ ਉਹ ਤਾਂ ਅਕਾਲ ਪੁਰਖ ਨੇ ਜਿਹੜੀ ਜੀ ਤੋਂ ਕੋਈ ਸੇਵਾ ਲੈਣੀ ਹੈ ਲੈਂਦਾ। ਕਿਸ ਤਰ੍ਹਾਂ ਦੇਖਦੇ ਹੋ ਰਾਜੇਵਾਲ ਸਾਹਿਬ? ਲੰਬਾ ਤਜਰਬਾ ਔਰ ਲੰਬਾ ਸਮਾਂ ਵੀ ਹੋ ਗਿਆ ਔਰ ਮੇਰਾ ਖਿਆਲ ਸੋਚਿਆ ਨਹੀਂ ਹੋਣਾ ਤੁਸੀਂ ਜਦੋਂ ਪੰਜਾਬ ਤੋਂ ਚੱਲੇ ਸੀ ਕਿ ਇੰਨਾ ਸਮਾਂ ਸਾਨੂੰ ਲੱਗਣਾ ਬਾਰਡਰਾਂ ਤੇ ਬੈਠਣਾ ਪੈਣਾ, ਜਾਂ ਫਿਰ ਇੰਨਾ ਸਮਾਂ ਨੈਗੋਸੀਏਸ਼ਨ ਹੋਏਗੀ, ਇੰਨਾ ਸਮਾਂ ਗੱਲਬਾਤ ਨਹੀਂ ਹੋਣੀ, ਇੰਨਾ ਸਮਾਂ ਬ੍ਰੇਕਾਂ ਲੱਗੀਆਂ ਰਹਿਣਗੀਆਂ। ਕੀ ਨਜ਼ਰ ਕੀ ਆਉਂਦਾ ਹੈ? ਕਿੱਥੇ ਖੜਾ ਦੇਖਦੇ ਹੋ ਅੰਦੋਲਨ ਨੂੰ? ਦੇਖੋ, ਮੈਂ ਜੇ ਸੱਚ ਪੁੱਛੋ, ਮੈਂ ਇਹਨੂੰ ਇਸ ਤਰ੍ਹਾਂ ਲੈਣਾ ਵੀ ਸਾਡੇ ਸੰਵਿਧਾਨ ਨੇ ਆਪਣੇ ਪ੍ਰੀਐਂਬਲ ਦੇ ਵਿੱਚ ਜੋ ਲਿਖਿਆ, ਗਵਰਨਮੈਂਟ ਆਫ ਦਾ ਪੀਪਲ, ਬਾਈ ਦਾ ਪੀਪਲ, ਫॉर ਦਾ ਪੀਪਲ। ਬਦਕਿਸਮਤੀ ਨਾਲ ਸਮਾਂ ਪਾ ਕੇ ਰਾਜਨੀਤੀ ਵਿੱਚ ਇਹੋ ਜਿਹਾ ਕਰੈਕਟਰ ਐਸਾਸੀਨੇਸ਼ਨ ਹੋ ਗਿਆ ਤੇ ਲੋਕ ਜਿਹੜੇ ਨੇ ਉਹਨਾਂ ਰੂਲਿੰਗ ਕਲਾਸਿਸ ਨੇ ਆਪੋ ਆਪਣੇ ਸਮੇਂ 'ਚ ਜੋ ਕੁਝ ਢਿੱਲਾਂ ਦਿੱਤੀਆਂ, ਗਲਤੀਆਂ ਕੀਤੀਆਂ, ਐਂਟੀ ਪੀਪਲ ਫੈਸਲੇ ਲਏ, ਉਹਦੇ ਨਾਲ ਅੱਜ ਦੀ ਤਰੀਕ 'ਚ ਗਵਰਨਮੈਂਟ ਆਫ ਦੀ ਕਾਰਪੋਰੇਟ, ਬਾਈ ਦਾ ਪੀਪਲ, ਫॉर ਦਾ ਕਾਰਪੋਰੇਟਸ ਹੋ ਗਈ। ਤਾਂ ਲੋਕੀ ਚੁਣਦੇ ਜ਼ਰੂਰ ਨੇ ਪਰ ਉਹ ਲੋਕਾਂ ਦਾ ਫਿਰ ਖਿਆਲ ਕੋਈ ਨਹੀਂ ਰੱਖਦਾ। ਇੱਥੇ ਜਿਹੜੇ ਚੁਣ ਕੇ ਆ ਗਏ, ਇੱਕ ਸਿਸਟਮ ਹੈ ਸਰਕਾਰਾਂ ਦਾ, ਸਰਕਾਰੀਅਤ ਦੇ ਉਸ ਸਿਸਟਮ ਦੇ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਨੇ ਖਿਆਲ ਰੱਖਣਾ ਹੁੰਦਾ ਵੀ ਉਹ ਜੋ ਫੈਸਲੇ ਕਰਦੇ ਨੇ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ, ਲੋਕੀ ਫਸਣ ਨਾ ਕਿਸੇ ਮੁਸ਼ਕਲ 'ਚ। ਪਰ ਇੱਥੇ ਆ ਕੇ ਕੁਝ ਹੋਰ ਹੋ ਗਿਆ। ਅੱਜ ਜਿਹੜੀ ਰਾਜਨੀਤੀ ਹੈ ਇਹ ਵਪਾਰ ਬਣ ਗਈ। ਇਹ ਲੋਕ ਪਹਿਲਾਂ ਇਨਵੈਸਟਮੈਂਟ ਕਰਦੇ ਨੇ, ਪੈਸੇ ਖਰਚਦੇ ਨੇ, ਇਹਨੂੰ ਇਨਵੈਸਟਮੈਂਟ ਸਮਝਦੇ ਨੇ। ਫਿਰ ਬਾਅਦ ਵਿੱਚ ਚੋਣ ਜਿੱਤ ਕੇ 5 ਸਾਲ ਲੋਕਾਂ ਦੀਆਂ ਲਕੀਰਾਂ ਕਢਾਉਂਦੇ ਨੇ, ਲੋਕਾਂ ਨੂੰ ਭੁੱਲ ਜਾਂਦੇ ਨੇ। ਅੱਜ ਲੋਕਾਂ ਦੇ ਨੁਮਾਇੰਦੇ ਸਹੀ ਅਰਥਾਂ ਵਿੱਚ ਰਹੇ ਨਹੀਂ।
ਇਸ ਕਰਕੇ 8 ਮਹੀਨੇ ਇਹ ਅੰਦੋਲਨ ਚੱਲਿਆ। ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਦੀ ਜੇ ਮੈਂ ਗੱਲ ਕਰਾਂ, ਉਹਨਾਂ ਨੂੰ 1 ਸਾਲ ਪਹਿਲਾਂ ਹੀ ਪਹਿਲੀ ਵਾਰੀ ਹੋਇਆ ਹੈ। 2 ਮਹੀਨੇ ਪਹਿਲਾਂ ਇਲੈਕਸ਼ਨ ਕੈਂਪੇਨ ਤੇਜ਼ ਹੁੰਦੀ ਹੈ, ਪਰ ਸਾਡੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਪਤਾ ਨਹੀਂ ਕੀ ਹੋ ਗਿਆ। ਕਿਸਾਨ ਇੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ, ਠੰਡ 'ਚ ਮਰਿਆ ਤੇ ਪੂਰੀ ਅੱਗ ਵਰਦੀ ਅੱਗ ਵਿੱਚ ਵੀ ਬੈਠਾ, ਹੁਣ ਮੀਂਹ 'ਚ ਬੈਠਾ ਹੈ ਤੇ ਉਹਨਾਂ ਨੂੰ ਆਪਣੀ ਚੋਣ ਹੁਣੇ ਦਿਖਾਈ ਦੇਣ ਲੱਗ ਗਈ। 1 ਸਾਲ ਪਹਿਲਾਂ ਹੀ ਸ਼ੁਰੂ ਕਰਤਾ, 4 ਮਹੀਨੇ ਹੋ ਗਏ, 5 ਮਹੀਨੇ ਉਹ ਚੋਣ ਰੌਲਾ ਪਾਉਂਦੇ ਨੇ। ਲੋਕੀ ਬੈਠੇ ਨੇ, ਲੋਕਾਂ ਦੀ ਢਿੱਡ ਦੀ ਭੁੱਖ ਹੈ, ਲੋਕਾਂ ਦੀਆਂ ਆਰਥਿਕ ਮੰਗਾਂ ਦੀ ਗੱਲ ਹੈ, ਉਹਨਾਂ ਦੇ ਭਵਿੱਖ ਦਾ ਸਵਾਲ ਹੈ, ਉਹਦੇ ਤੇ ਉਹਨਾਂ ਨੂੰ ਚਿੰਤਾ ਹੀ ਨਹੀਂ। ਇੱਕ ਦੂਏ ਨੂੰ ਗਾਲਾਂ ਕੱਢ ਕੇ ਚੋਣਾਂ ਦੀ ਗੱਲ ਕਰਕੇ ਲੋਕਾਂ ਦਾ ਧਿਆਨ ਹਟਾਉਣ ਵਾਲੇ ਪਾਸੇ ਤੁਰ ਪਏ। ਤਾਂ ਇਸ ਤਰ੍ਹਾਂ ਜਦ ਲੋਕਾਂ ਦੇ ਨੁਮਾਇੰਦੇ ਲੋਕਾਂ ਤੋਂ ਬੇਮੁਖ ਹੋ ਜਾਣ ਤਾਂ ਫਿਰ ਲੋਕਾਂ ਨੂੰ ਇੱਕ ਤਾਂ ਅਨਪੜ੍ਹਤਾ ਹੈ ਜਾਂ ਅੱਧ ਪੜ੍ਹੇ ਨੇ ਲੋਕ, ਉਹਨਾਂ ਲਈ ਬੜਾ ਮੁਸ਼ਕਲ ਹੁੰਦਾ ਸਮਝਣਾ। ਇਸ ਅੰਦੋਲਨ ਨੇ ਉਹਨਾਂ ਲੋਕਾਂ ਨੂੰ ਸਮਝਾ ਲਿਆ ਵੀ ਤੁਸੀਂ ਕੀ ਹੋ, ਉਹ ਕੀ ਨੇ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਉਹ ਤੁਹਾਨੂੰ ਨਾ ਪੁੱਛਣ। ਇਹ ਇਸ ਅੰਦੋਲਨ ਨੇ ਸਮਝਾ ਲਿਆ। ਇਸੇ ਦਾ ਨਤੀਜਾ ਵੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਸ ਅੰਦੋਲਨ ਦੀ ਜਿਹੜੀ ਅੰਦਰਲੀ ਗੱਲ ਹੈ, ਜਿਹੜੀ ਬੁਝਾਰਤ ਹੈ, ਉਹ ਸਮਝਾਤੀ ਤੇ ਉਹ ਇੱਥੋਂ ਡਟ ਗਏ। ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਵੱਡਾ ਸਵਾਲ ਤੁਸੀਂ ਖੜਾ ਕੀਤਾ ਹੈ, ਕਿਉਂਕਿ ਅੱਜ ਇਹ ਸਮਾਂ ਹੈ ਕਿ ਕਿਸਾਨ ਅੰਦੋਲਨ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਨੇ, ਭਾਵੇਂ ਸਿਆਸੀ ਪਾਰਟੀਆਂ ਨੇ ਜਾਂ ਪੰਜਾਬ ਦੇ ਲੋਕ ਹੈ ਜਾਂ ਵਿਦੇਸ਼ਾਂ 'ਚ ਵੀ ਜਿਹੜੇ ਲੋਕ ਬੈਠੇ ਆ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਬਲਬੀਰ ਸਿੰਘ ਰਾਜੇਵਾਲ ਕਿਸ ਤਰ੍ਹਾਂ ਦੇਖਦੇ ਨੇ? ਸਾਰੀਆਂ ਪਾਰਟੀਆਂ ਇਹ ਦਾਅਵਾ ਕਰ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਅਸਲੀਅਤ ਇਹ ਹੈ ਵੀ ਉਹਨਾਂ ਨੇ ਜਦੋਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ, ਨਹੀਂ ਨਿਭਾਈ। ਇਸ ਕਿਸਾਨ ਅੰਦੋਲਨ ਨੇ ਜਦੋਂ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ, ਉਦੋਂ ਵੀ ਉਹ ਨਹੀਂ ਜਾਗੇ। ਹੁਣ ਲੋਕ ਜਾਗਰੂਕ ਹੋ ਕੇ ਲੋਕ ਡਿਫਰੈਂਸ਼ੀਏਟ ਕਰਦੇ ਨੇ ਵੀ ਕਿਹੜੇ ਲੋਕ ਸਾਡੇ ਲਈ ਲੜਦੇ ਨੇ, ਕਿਹੜੇ ਸਾਡੇ ਲਈ ਨਹੀਂ ਲੜਦੇ। ਤੇ ਉਦੋਂ ਲੋਕਾਂ ਨੂੰ ਸਮਝ ਆ ਗਈ ਵੀ ਸਾਡੇ ਨਾਲ ਲੜਨ ਵਾਲੇ ਕੌਣ ਲੋਕ ਨੇ ਤੇ ਜਿਹੜੇ ਦਮਗਜੇ ਅੱਜ ਮਾਰਦੇ ਨੇ, ਅਸਲ ਵਿੱਚ ਉਹਨਾਂ ਲੋਕਾਂ ਦੀ ਉਹਨਾਂ ਨੂੰ ਕੋਈ ਫਿਕਰ ਨਹੀਂ। ਉਹਨਾਂ ਨੇ ਵੇਲੇ ਸਿਰ ਫਿਕਰ ਕੀਤੀ ਨਹੀਂ, ਨਾ ਹੋਣਾ। ਉਹਨਾਂ ਨੂੰ ਤਾਂ ਆਪਣੀ ਜ਼ਮੀਨ ਜਿਹੜੀ ਖੋਈ ਹੋਈ ਸਿਆਸੀ ਜ਼ਮੀਨ ਹੈ, ਉਹ ਲੱਭਣ ਦਾ ਫਿਕਰ ਪਿਆ। ਇਸ ਕਰਕੇ ਉਹ ਕਿਸਾਨ ਦਾ ਨਾਂ ਲੈਂਦੇ ਨੇ। ਜੇ ਅੱਜ ਕਿਸਾਨ ਦਾ ਕੋਈ ਫੈਸਲਾ ਹੋ ਜਾਏ, ਉਹਦੇ ਬਾਅਦ ਉਹਨਾਂ ਨੂੰ ਫਿਰ ਭੁੱਲ ਜਾਣਾ ਵੀ ਕਿਸਾਨ ਕੌਣ ਹੈ। ਰਵਨੀਤ ਬਿੱਟੂ ਹੁਣੀ ਵੀ ਰਾਤ ਪਾਰਲੀਮੈਂਟ ਦੇ ਵਿੱਚ ਹੀ ਸੁੱਤੇ। ਹਰਸਿਮਰਤ ਬਾਦਲ ਹੁਣੀ, ਸੁਖਬੀਰ ਬਾਦਲ ਹੁਣੀ, ਦੋਵੇਂ ਪਤੀ ਪਤਨੀ ਵੀ ਤਖਤੀਆਂ ਲੈ ਕੇ ਖੜਦੇ ਆ। ਨਰਿੰਦਰ ਤੋਮਰ ਹੁਣਾਂ ਨੂੰ ਵੀ ਤਖਤੀਆਂ ਦਿਖਾਉਂਦੇ ਆ ਕਿ ਕਾਲੇ ਕਾਨੂੰਨ ਵਾਪਸ ਕਰੋ, ਇਹ ਗੱਲ ਕਹਿੰਦੇ ਆ ਉਹ। ਇਹਨਾਂ ਇਕੱਲਿਆਂ ਦੀ ਗੱਲ ਨਹੀਂ। ਪਾਰਲੀਮੈਂਟ ਵਿੱਚ ਰਾਤੀ ਇੱਕ ਟੀਵੀ ਚੈਨਲ ਤੇ ਖਬਰ ਚੱਲ ਰਹੀ ਸੀ, ਕੁਝ ਐਮਪੀ ਬੋਲ ਰਹੇ ਸੀ, ਕੋਈ 200 ਐਮਪੀ ਪਾਰਲੀਮੈਂਟ ਨਹੀਂ ਚੱਲਣ ਦੇ ਰਿਹਾ, ਔਰ ਉਹ ਕਹਿ ਰਹੇ ਸੀ ਵੀ ਸਾਨੂੰ ਸਾਡੇ ਵੋਟਰਸ ਦਾ ਵਿਪ ਹੈ। ਇਹ ਹਿਸਟੋਰੀਕਲ ਕਦਮ ਇਸ ਮੋਰਚੇ ਨੇ ਚੱਕਿਆ, ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ। ਮੈਂ ਇੱਕ ਦਿਨ ਇੱਕ ਲੇਖ ਲਿਖ ਰਿਹਾ ਸੀ ਪੰਜਾਬੀ ਟ੍ਰਿਬਿਊਨ ਵਾਸਤੇ, ਉਹਦੇ ਬਾਅਦ ਮੇਰੇ ਮਨ 'ਚ ਆਇਆ ਵੀ ਇਹ ਪਾਰਟੀਆਂ ਵਿਪ ਜਾਰੀ ਕਰਦੀਆਂ ਆਪਣੇ ਹੱਥਕੰਡੇ ਵਰਤਣ ਵਾਸਤੇ। ਅਸਲ ਵਿਪ ਤਾਂ ਲੋਕਾਂ ਨੂੰ ਜਾਰੀ ਕਰਨਾ ਚਾਹੀਦਾ, ਜਿਨ੍ਹਾਂ ਦੀ ਇਹ ਨੁਮਾਇੰਦਗੀ ਕਰਨ ਆਏ ਨੇ। ਇਹ ਨੁਮਾਇੰਦਗੀ ਕਰਦੇ ਨਹੀਂ। ਤੇ ਮੈਂ ਥੋੜ੍ਹੀਆਂ ਜਿਹੀਆਂ ਝਰੀਟਾਂ ਮਾਰੀਆਂ, ਇੱਕ ਵਿਪ ਦੀ ਲੈਂਗੁਏਜ ਲਿਖੀ, ਆਪਣੇ ਸਾਥੀਆਂ ਨੂੰ ਭੇਜੀ, ਉਹ ਪਾਸ ਹੋ ਗਿਆ। ਉਹ ਇਹਨਾਂ ਨੂੰ ਵਿਪ ਚਲਾ ਗਿਆ। ਹੁਣ ਉਹ ਵਿਪ ਦਾ ਬੁਖਾਰ ਇੰਨਾ ਹੋਇਆ ਹੈ, ਉਹ ਵਿਪ ਦੇ ਡਰੇ 200 ਐਮਪੀ ਰੋਜ਼ ਵੈਲ 'ਚ ਖੜਦਾ। ਤੁਹਾਡੇ ਦਿਮਾਗ ਦੀ ਉਪਜ ਸੀਗੀ ਕਿ ਵਿਪ ਜਾਰੀ ਕਰਨਾ ਚਾਹੀਦਾ? ਬਿਲਕੁਲ। ਤੋ ਅੱਜ ਉਸ ਵਿਪ ਨੇ ਨਵੀਂ ਹਿਸਟਰੀ ਕ੍ਰੀਏਟ ਕਰਤੀ। ਚੰਗੀ ਗੱਲ ਹੈ, ਮੈਂ ਉਹਨਾਂ ਨੂੰ ਫਿਰ ਵੀ ਸ਼ਾਬਾਸ਼ ਦਿੰਦਾ। ਅੱਛਾ ਹੈ, ਅੱਜ ਲੋੜ ਹੈ ਜਿੱਥੇ ਇੰਨਾ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ, ਜਿਹੜੀ ਰੂਲਿੰਗ ਕਲਾਸ ਹੈ ਉਹਨੂੰ ਲੋਕਾਂ ਦੀ ਪਰਵਾਹ ਨਹੀਂ, ਉਹਨਾਂ ਦੀ ਜ਼ਮੀਰ ਨੂੰ ਜਗਾਉਣ ਵਾਸਤੇ ਡਟ ਗਏ ਨੇ। ਉਹਦੇ ਲਈ ਵੀ ਉਹਨਾਂ ਦਾ ਧੰਨਵਾਦ। ਲੇਟ ਸਹੀ, ਫਿਰ ਵੀ ਸ਼ੁਰੂ ਕੀਤਾ, ਉਹਦੇ ਲਈ ਧੰਨਵਾਦ। ਇੱਕ ਬੰਨੇ ਪਾਰਲੀਮੈਂਟ ਚੱਲ ਰਹੀ ਹੈ ਜਿੱਥੇ ਚੁਣੇ ਹੋਏ ਨੁਮਾਇੰਦੇ ਜਨਤਾ ਨੇ ਚੁਣ ਕੇ ਜਿਹੜੇ ਭੇਜੇ ਆ ਉਹ ਸੰਸਦ ਦੇ ਵਿੱਚ ਬੈਠੇ ਨੇ, ਔਰ ਦੂਸਰੇ ਬੰਨੇ ਪੈਰਲਲ ਪਾਰਲੀਮੈਂਟ ਚੱਲ ਰਹੀ ਹੈ ਤੁਹਾਡੀ ਜੰਤਰ ਮੰਤਰ ਤੇ। ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਪਾਰਲੀਮੈਂਟ ਦਾ ਕਿੰਨਾ ਅਸਰ ਹੈ ਜਿਹੜੇ ਲੋਕਾਂ ਦੀ ਨੇ ਜਿਹੜੇ ਨੁਮਾਇੰਦੇ ਚੁਣ ਕੇ ਭੇਜੇ ਆ ਉਹਨਾਂ ਦੀ ਪਾਰਲੀਮੈਂਟ ਤੇ? ਦੇਖੋ, ਇਹ ਤਾਂ ਗੱਲਾਂ ਜਿਹੜੀਆਂ ਆਪ ਬੋਲਦੀਆਂ। ਜਦੋਂ ਜਿਹੜੀ ਸੋਕਾਲਡ ਕਨਸਟੀਟਿਊਸ਼ਨ ਦੇ ਮੁਤਾਬਕ ਚੁਣੀ ਹੋਈ ਪਾਰਲੀਮੈਂਟ ਹੈ, ਉਸ ਪਾਰਲੀਮੈਂਟ ਵਿੱਚ ਹੋ ਹੱਲਾ ਹੁੰਦਾ ਹੈ, ਕੋਈ ਮਤਲਬ ਦੀ ਗੱਲ ਨਹੀਂ ਹੁੰਦੀ। ਜੇ ਬਹਿਸ ਹੁੰਦੀ ਹੈ ਉਹ ਵੀ ਕੋਈ ਸਾਰਥਕ ਨਹੀਂ ਹੁੰਦੀ, ਉਹਨੂੰ ਵੀ ਲੋਕ ਵਾਚ ਕਰਦੇ ਨੇ। ਹੁਣ ਤਾਂ ਸਾਨੂੰ ਸਰਕਾਰ ਇਹ ਕਹਿੰਦੀ ਰਹੀ 11 ਮੀਟਿੰਗਾਂ ਹੋ ਗਈਆਂ ਜੀ, ਇਹਨਾਂ ਨੇ ਸਾਨੂੰ ਦੱਸਿਆ ਨਹੀਂ ਇਹਦੇ ਵਿੱਚ ਕੀ ਕਾਲਾ ਹੈ। ਕਦੇ ਇਹ ਕਹਿੰਦੇ ਸੀ 11 ਮੀਟਿੰਗਾਂ ਹੋ ਗਈਆਂ ਜੀ, ਕਲੌਜ਼ ਬਾਈ ਕਲੌਜ਼ ਬਹਿਸ ਨਹੀਂ ਹੁੰਦੀ। ਅਸੀਂ ਜਿਹੜੀ ਪਾਰਲੀਮੈਂਟ ਲਾਈ ਬਰਾਬਰ, ਅਸੀਂ ਆਮ ਲੋਕਾਂ ਨੂੰ ਭੇਜਦੇ ਹਾਂ, ਉਹ ਉੱਥੇ ਬਹਿਸ ਕਰਦੇ ਨੇ। ਜਦ ਕੱਲੀ ਕਾਨੂੰਨ ਦੀ ਕਲੌਜ਼ ਦੇ ਉੱਤੇ ਬਹਿਸ ਕਰਦੇ ਨੇ ਤਾਂ ਫਿਰ ਇਹ ਸਿੱਧ ਹੁੰਦਾ ਵੀ ਸਰਕਾਰ ਕਿਵੇਂ ਝੂਠੀ ਹੈ।
ਕਿਵੇਂ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਇੱਕ ਗੱਲ। ਦੂਸਰਾ ਇਹ ਵੀ ਸਿੱਧ ਕਰਦੀ ਹੈ ਵੀ ਜਿਹੜੇ ਆਮ ਲੋਕ ਨੇ ਉਹ ਕਾਨੂੰਨ ਦੀਆਂ ਬਾਰੀਕੀਆਂ ਸਮਝਣ ਲੱਗ ਗਏ, ਸਰਕਾਰ ਨੂੰ ਕਿਉਂ ਨਹੀਂ ਸਮਝ ਆਈਆਂ। ਤੋ ਇਹ ਜਿਹੜੀ ਨਵਾਂ ਇੱਕ ਅਸੀਂ ਇਹ ਤਜਰਬਾ ਕੀਤਾ, ਇਹ ਨਵਾਂ ਇੱਕ ਇਤਿਹਾਸਕ ਕਦਮ ਚੁੱਕਿਆ ਤੇ ਇਹਨੇ ਪਾਰਲੀਮੈਂਟ ਦੇ ਉੱਤੇ ਇੱਕ ਤਰ੍ਹਾਂ ਦਾ ਦਾਗ ਲਾਇਆ ਵੀ ਇਹ ਪਾਰਲੀਮੈਂਟ ਨਾਲੋਂ ਲੋਕਾਂ ਦੀ ਪਾਰਲੀਮੈਂਟ ਵਧੀਆ ਕੰਮ ਕਰ ਰਹੀ ਹੈ। ਪਾਰਲੀਮੈਂਟ ਦਾ ਅਸਰ ਜਿਹੜਾ ਖੇਤੀਬਾੜੀ ਮੰਤਰੀ ਤੇ ਹੁੰਦਾ ਹੈ ਜਾਂ ਫਿਰ ਉਹ ਇਗਨੋਰ ਕਰ ਦਿੰਦੇ ਆ ਹਰ ਵਾਰ, ਕਿਉਂਕਿ ਉਹ ਹਰ ਵਾਰ ਇਹੀ ਗੱਲ ਕਹਿੰਦੇ ਆ ਰਾਜੇਵਾਲ ਸਾਹਿਬ ਕਿ ਕਾਨੂੰਨ ਬਹੁਤ ਚੰਗੇ ਨੇ ਔਰ ਪਿੱਛੇ ਜੇ ਕੱਲ ਪਰਸੋਂ ਵੀ ਸਟੇਟਮੈਂਟ ਲਗਾਤਾਰ ਆ ਰਹੀਆਂ ਉਹਨਾਂ ਦੀਆਂ, ਉਹ ਕਹਿੰਦੇ ਕਿ ਕਾਨੂੰਨ ਰੱਦ ਨਹੀਂ ਹੋਣਗੇ, ਇਹ ਤਾਂ ਐਵੇਂ ਬੈਠੇ ਆ ਕੇ ਇੱਥੇ। ਅਸਲੀਅਤ ਇਹ ਹੈ, ਸਾਨੂੰ ਅਸਲੀਅਤ ਨੂੰ ਭੁੱਲਣਾ ਨਹੀਂ ਚਾਹੀਦਾ। ਸਾਡੇ ਦੇਸ਼ ਵਿੱਚ ਅੱਜ ਜਿਹੜੀ ਸਰਕਾਰ ਹੈ ਇਹਦੇ ਮੰਤਰੀਆਂ ਦੇ ਪੱਲੇ ਕੱਖ ਨਹੀਂ ਹੈ। ਇਹ ਤਾਂ ਜੋ ਇਹਨਾਂ ਨੂੰ ਉੱਪਰੋਂ ਹਦਾਇਤ ਹੋ ਗਈ ਉਹ ਬੋਲ ਦਿੰਦੇ ਨੇ। ਦੋ ਆਦਮੀ ਨੇ ਜਿਨ੍ਹਾਂ ਦੇ ਕੋਲ ਤਾਕਤ ਹੈ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ, ਉਹ ਦੋਹਾਂ ਦਾ ਹਾਲੇ ਕਿਸਾਨਾਂ ਨੂੰ ਸਤਾਉਣ ਦਾ ਢਿੱਡ ਭਰਿਆ ਨਹੀਂ। ਮੈਨੂੰ ਲੱਗਦਾ ਹਰ ਇੱਕ ਬੰਦੇ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ, ਕਿਸੇ ਨੂੰ ਤਰਸ ਵੀ ਆ ਜਾਂਦਾ ਹੈ, ਕਿਸੇ ਦੇ ਅੰਦਰ ਕੁਝ ਥੋੜਾ ਜਿਹਾ ਇਹ ਹੁੰਦਾ, ਜ਼ਿੰਮੇਵਾਰੀ ਦਾ ਵੀ ਅਹਿਸਾਸ ਹੁੰਦਾ ਹੈ। ਫਿਰ ਉਹ ਇਹ ਵੀ ਦੇਖਦਾ ਵੀ ਮੈਨੂੰ ਇਹਨਾਂ ਲੋਕਾਂ ਨੇ ਐਡੀ ਵੱਡੀ ਪਦਵੀ ਤੇ ਪਹੁੰਚਾਇਆ ਹੈ ਤਾਂ ਇਹਨਾਂ ਲੋਕਾਂ ਦਾ ਮੈਂ ਖਿਆਲ ਰੱਖਾਂ। ਪਰ ਹਾਲੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ। ਤੇ ਉਹਨਾਂ ਦਾ ਇੱਕ ਪਿਆਦਾ ਖੇਤੀ ਮੰਤਰੀ ਉਹ ਆ ਕੇ ਕਹਿੰਦਾ ਨਹੀਂ, ਕਿਉਂਕਿ ਉਹਨਾਂ ਦਾ ਉੱਪਰੋਂ ਅੱਖਾਂ ਕੱਢੀਆਂ ਹੁੰਦੀਆਂ, ਜਾ ਕੇ ਕਹਿ, ਉਹ ਆ ਕੇ ਕਹਿੰਦਾ ਵੀ ਨਹੀਂ ਕਾਨੂੰਨ ਵਾਪਸ ਨਹੀਂ ਹੋਣਗੇ। ਅੰਦਰ ਖਾਤੇ ਉਹ ਸਾਨੂੰ ਕਹਿੰਦੇ ਨੇ ਵੀ ਗੱਲ ਤੁਹਾਡੀ ਠੀਕ ਹੈ, ਅਸੀਂ ਫਸ ਗਏ ਹਾਂ, ਸਾਨੂੰ ਸਮਾਂ ਦੇ ਦਿਓ ਜਾਂ ਕੋਈ ਹੱਲ ਕੱਢੋ ਤਾਂ ਕਿ ਸਾਡੀ ਇੱਜ਼ਤ ਬਚ ਜਾਏ। ਹੁਣ ਉਹਨਾਂ ਨੇ ਇਹਨੂੰ ਇੱਜ਼ਤ ਦਾ ਸਵਾਲ ਬਚਾਇਆ ਹੋਇਆ। ਮੇਜ਼ ਦੇ ਉੱਤੇ ਦਲੀਲ ਨਾਲ ਪਰਖਣ ਵਾਸਤੇ ਉਹ ਫੇਲ ਹੋ ਗਏ ਨੇ, ਅਸੀਂ ਜਿੱਤੇ ਹੋਏ ਹਾਂ। ਮਤਲਬ ਕਾਨੂੰਨ ਰੱਦ ਨਾ ਹੋਣ ਦੇ ਪਿੱਛੇ ਦੀ ਵਜ੍ਹਾ ਇਹੀ ਹੈ ਜਿਹੜੀ ਤੁਸੀਂ ਦੱਸ ਰਹੇ ਹੋ। ਬਿਲਕੁਲ, ਇਹਦੇ ਪਿੱਛੇ ਉਹਨਾਂ ਦੀ ਜਿੱਦ ਹੈ, ਉਹਨਾਂ ਦੀ ਹਉਮੈ ਹੈ, ਉਹਨਾਂ ਦਾ ਇਹ ਸੋਚਣਾ ਵੀ ਸਾਡੀ ਬੇਇੱਜ਼ਤੀ ਹੋਏਗੀ ਜੇ ਅਸੀਂ ਕਾਨੂੰਨ ਵਾਪਸ ਲੈ ਲਏ। ਉਹ ਇਹਦੀ ਬਜਾਏ ਵੀ ਉਹ ਇਹ ਸੋਚਣ ਵੀ ਜੇ ਕੋਈ ਗਲਤੀ ਹੋਊਗੀ ਉਹਨੂੰ ਉਹਨੂੰ ਦੀ ਸੁਧਾਰ ਕਰ ਲੈਣਾ ਬੜਾਪਨ ਹੁੰਦਾ ਹੈ। ਇਹਦੀ ਬਜਾਏ ਉਹ ਇਸ ਜਿੱਦ ਤੇ ਫਸ ਗਏ, ਈਗੋ 'ਚ ਫਸ ਗਏ ਵੀ ਜੇ ਵਾਪਸ ਲੈ ਲਿਆ ਪਤਾ ਨਹੀਂ ਫਿਰ ਮੋਦੀ ਹੈ ਤਾਂ ਮੁਮਕਿਨ ਹੈ ਉਹਦਾ ਕੀ ਬਣੂ। ਪਰ ਅਮਿਤ ਸ਼ਾਹ ਹੁਣਾਂ ਨਾਲ ਵੀ ਰਾਜੇਵਾਲ ਸਾਹਿਬ ਮੀਟਿੰਗ ਹੋਈ ਸੀ ਤੁਹਾਡੀ, ਉਸ ਤੋਂ ਬਾਅਦ ਕੋਈ ਕਾਲ ਨਹੀਂ ਆਇਆ ਉਹਨਾਂ ਦਾ, ਕੋਈ ਗੱਲਬਾਤ ਨਹੀਂ ਹੋਈ ਅਮਿਤ ਸ਼ਾਹ ਹੁਣਾਂ ਦੇ ਨਾਲ, ਹੋਮ ਮਿਨਿਸਟਰ ਨਾਲ, ਵੀ ਆਜੋ ਰਾਜੇਵਾਲ ਸਾਹਿਬ ਜਾਂ ਕਿਸਾਨ ਆਗੂ ਆ ਜਾਣ, ਗੱਲਬਾਤ ਕਰ ਲਈ? नहीं, ਹੁਣ तक कभी कोई गल नहीं हुई, पर ये जरूर आओ यही गल बार बार कह चुके, हमें आपसे आपके कानून वापस लेने में कोई आपत्ति नहीं, लेकिन हमें प्रॉब्लम ये है हमने बहुत से सुधार किए हैं, अगर हमने ये वापस ले लिए तो कल को लेबर लॉज में बहुत हमने अमेंडमेंट्स की है, उसमें बहुत बदलाव लाए हैं, तो कल को लेबर वाले आके बैठ जाएंगे। ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹੜੀਆਂ ਇਸ ਅੰਦੋਲਨ ਦੇ ਨਾਲ ਮੇਲ ਨਹੀਂ ਖਾਂਦੀਆਂ। ਰਾਜੇਵਾਲ ਸਾਹਿਬ ਰਾਹ ਕੋਈ ਨਿਕਲੂਗਾ, ਕਦੋਂ ਨਿਕਲੂਗਾ ਤੇ ਕਿਸ ਤਰੀਕੇ ਦੇ ਨਾਲ ਰਾਜੇਵਾਲ ਸਾਹਿਬ ਹੁਣਾਂ ਨੂੰ ਰਾਹ ਨਿਕਲਦਾ ਲੱਗ ਰਿਹਾ, ਕਿਉਂਕਿ ਤਜਰਬਾ ਕੀ ਕਹਿੰਦਾ? ਫਿਰ ਦੇਖੋ ਜੀ, ਮੈਂ ਤਾਂ ਇਹ ਮੰਨ ਕੇ ਚੱਲਦਾ ਵੀ ਇਸ ਅੰਦੋਲਨ ਦੇ ਪਿੱਛੇ ਨੇਚਰ ਹੈ, ਨੇਚਰ ਵੀ ਇਸ ਅੰਦੋਲਨ 'ਚ ਸਾਡਾ ਸਾਥ ਦੇ ਰਹੀ ਹੈ। ਨੇਚਰ ਇਨ ਦਾ ਸੈਂਸ ਭਈ ਐਡੇ ਵੱਡੇ ਅੰਦੋਲਨ ਨੂੰ ਪੀਸਫੁਲ ਰੱਖ ਕੇ ਚਲਾਉਣਾ ਇਹ ਕਿਸੇ ਇਕੱਲੇ ਕਹਿਰੇ ਬੰਦੇ ਦਾ ਵਸ ਦਾ ਰੋਗ ਨਹੀਂ। ਲੋਕਾਂ ਦੇ ਅੰਦਰ ਕੁਦਰਤ ਨੇ ਐਸੀ ਭਾਵਨਾ ਭਰ ਦਿੱਤੀ, ਹਰੇਕ ਸਮਝਦਾ ਮੇਰਾ ਅੰਦੋਲਨ ਹੈ, ਮੈਂ ਇਹਦੇ 'ਚ ਕੋਈ ਕੁਤਾਹੀ ਨਹੀਂ ਹੋਣ ਦੇਣੀ, ਤਾਂ ਇਹਦੇ ਨਾਲ ਇਹ ਪੀਸਫੁਲ ਹੈ। ਔਰ ਬੰਦੇ ਆਉਂਦੇ ਨੇ ਜਾਂਦੇ ਨੇ, ਸੰਖਿਆ ਘਟਦੀ ਨਹੀਂ। ਇੰਨੀ ਦੇਰ 'ਚ ਇਹਨਾਂ ਨੂੰ ਇਹ ਆਸ ਸੀ ਵੀ ਉਹਨਾਂ ਦਾ ਪਤਾ ਨਹੀਂ ਦਮ ਟੁੱਟ ਜਾਊ, ਉਸ ਗੱਲ 'ਚ ਵੀ ਉਹਨਾਂ ਦਾ ਦਿਮਾਗ ਸਾਫ਼ ਹੋ ਗਿਆ ਹੋਣਾ ਵੀ ਇਹ ਤਾਂ ਥੱਕਦੇ ਹੀ ਨਹੀਂ। ਔਰ ਸਾਡੇ ਕੋਲ ਤਾਂ ਜੇ ਅਰਥਾਂ 'ਚ ਪੁੱਛੋ ਨਾ, ਅਸੀਂ ਇਹਦਾ ਮੁੱਢ ਤਾਂ ਪੰਜਾਬ ਨੇ ਬੰਨਿਆ, ਹੁਣ ਤਾਂ ਸਾਰਾ ਦੇਸ਼ ਕੁੱਦ ਪਿਆ। ਜਿਹੜਾ ਵੀ ਅੰਦੋਲਨ ਪੰਜਾਬ ਤੋਂ ਚੱਲ ਪਿਆ ਅੱਜ ਤੱਕ ਕਦੇ ਹਾਰਿਆ ਨਹੀਂ, ਇਹ ਹਿਸਟਰੀ ਹੈ ਸਾਡੀ। ਅਸੀਂ ਮੁਗਲਾਂ ਵੇਲੇ ਅਸੀਂ ਟੱਕਰ ਲਈ ਮੁਗਲਾਂ ਨਾਲ, ਅਸੀਂ ਟੱਕਰ ਲਈ ਲੁਟੇਰਿਆਂ ਨਾਲ ਜਿਹੜੇ ਇੱਥੋਂ ਮਾਲ ਲੁੱਟ ਕੇ ਜਾਂਦੇ ਸੀ, ਧੀਆਂ ਭੈਣਾਂ ਬੰਦੀ ਬਣਾ ਕੇ ਲੈ ਜਾਂਦੇ ਸੀ, ਅਸੀਂ ਉਹ ਖੋਹ ਕੇ ਵਾਪਸ ਕਰਵਾਈਆਂ। ਅਸੀਂ ਸੀ ਪੰਜਾਬ ਵਾਲੇ ਜਿਹੜੇ ਸਭ ਤੋਂ ਬਾਅਦ ਗੁਲਾਮ ਹੋਏ ਅੰਗਰੇਜ਼ ਦੇ, ਅਸੀਂ ਸੀ ਪੰਜਾਬ ਵਾਲੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ, ਅਸੀਂ ਸੀ ਪੰਜਾਬ ਵਾਲੇ ਸਹੀ ਅਰਥਾਂ ਵਿੱਚ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਸਭ ਤੋਂ ਵੱਡੀ ਕੀਮਤ ਅਦਾ ਕੀਤੀ। 10 ਲੱਖ ਪੰਜਾਬੀ ਕਤਲ ਹੋਇਆ, ਉਹਨਾਂ ਦੇ ਕਬਰਾਂ ਦੇ ਉੱਤੇ ਦੇਸ਼ ਆਜ਼ਾਦ ਹੋਇਆ। ਗੁਜਰਾਤੀ ਨੂੰ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਸਾਊਥ ਦੀਆਂ ਸਟੇਟਾਂ ਨੂੰ ਕਿਸੇ ਨੂੰ ਸੇਕ ਨਹੀਂ ਲੱਗਿਆ, ਜਾਂ ਥੋੜਾ ਸੇਕ ਬੰਗਾਲੀਆਂ ਨੂੰ ਲੱਗਿਆ। ਇਹ ਜਿਹੜੀ ਇੰਨੀ ਵੱਢ ਟੁੱਕ ਹੋਈ, ਉਹਦੇ ਬਾਵਜੂਦ ਪੰਜਾਬੀ ਫਿਰ ਵੀ ਉੱਥੋਂ ਆਏ, ਉੱਥੇ ਜ਼ਮੀਨਾਂ ਵੱਧ ਛੱਡਿਆ, ਇੱਥੇ ਜ਼ਮੀਨਾਂ ਸਾਨੂੰ ਕੱਟ ਲਾ ਕੇ ਘੱਟ ਦਿੱਤੀਆਂ ਗਈਆਂ। ਤੇ ਜਦੋਂ
ਉਹਦੇ ਤੇ ਵੀ ਬੈਠੇ ਆਪਣੇ ਪੈਰੀ ਆਪ ਮਿਹਨਤ ਨਾਲ ਖੜੇ ਹੋਏ। ਇੱਥੇ ਦੇ ਹੁਕਮਰਾਨਾਂ ਨੇ ਇਹ ਨਹੀਂ ਸੋਚਿਆ ਵੀ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਕਿੰਨੀਆਂ ਜ਼ਮੀਨਾਂ ਫਾਲਤੂ ਪਈਆਂ, ਇਹਨਾਂ ਦੀ ਉੱਥੋਂ ਉਪਜਾਊ ਜ਼ਮੀਨ ਛੱਡ ਕੇ ਆਏ, ਉਹ ਇਹਨਾਂ ਦਾ ਕੱਟ ਨਾ ਲਾਈਏ, ਇਹਨਾਂ ਨੂੰ ਉੱਥੋਂ ਘਾਟਾ ਪੂਰਾ ਕਰ ਦਈਏ। ਉਹ ਵੀ ਨਹੀਂ ਕਿਸੇ ਨੇ ਸੋਚਿਆ। ਇਹਦੇ ਬਾਵਜੂਦ ਖੜੇ ਹੋਏ। ਦੇਸ਼ ਨੂੰ ਅੰਨ ਦੀ ਲੋੜ ਪਈ, ਪੰਜਾਬ ਨੂੰ ਚੁਣਿਆ ਗਿਆ ਹਰੇ ਇਨਕਲਾਬ ਲਈ। ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ। ਅੱਜ ਅਸੀਂ ਜੇ ਫੂਡ ਸਰਪਲਸ ਆ, ਸਾਰੇ ਸੈਕਟਰਾਂ 'ਚ ਫੇਲ ਹੋਏ ਨੇ, ਕਿਸੇ ਸੈਕਟਰ ਸਾਰੇ ਘਾਟੇ 'ਚ ਨੇ, ਤੇ ਸਿਰਫ ਖੇਤੀ ਸੈਕਟਰ ਹੈ ਜਿਹੜਾ ਪੈਰਾਂ ਤੇ ਖੜਾ। ਪੈਰਾਂ ਤੇ ਨਹੀਂ ਖੜਾ। ਅੱਜ ਜਿਹੜਾ ਮੋਦੀ ਸਰਕਾਰ ਕਹਿੰਦੀ ਹੈ ਆਟਾ ਦਾਲ ਅਸੀਂ ਮੁਫਤ ਦੇ ਰਹੇ ਹਾਂ, ਅਸੀਂ ਨਵੰਬਰ ਤੱਕ ਇੱਦਾਂ ਮੁਫਤ ਵੰਡਦੇ ਰਹਾਂਗੇ। ਉਹ ਜਿਹੜੀ 80 ਲੱਖ ਟਨ ਕਣਕ ਜਾਂਦੀ ਹੈ ਮੁਫਤ ਦੇਣ ਨੂੰ ਹਰ ਮਹੀਨੇ, ਉਹ ਪੰਜਾਬ ਦੇ ਕਿਸਾਨਾਂ ਨੇ ਜਾਂ ਦੇਸ਼ ਦੇ ਕਿਸਾਨਾਂ ਨੇ ਪੈਦਾ ਕੀਤੀ ਹੋਈ ਹੈ। ਕਿਸਾਨਾਂ ਨੇ ਇਸ ਦੇਸ਼ ਨੂੰ ਬਚਾਇਆ ਹੋਇਆ। ਜੇ ਸਾਡੇ ਕੋਲ ਅੰਨ ਨਾ ਹੁੰਦਾ ਤਾਂ ਢਿੱਡ ਦੀ ਭੁੱਖ ਬੜਾ ਕੁਝ ਕਰਾ ਦਿੰਦੀ ਹੈ। ਇੱਥੇ ਹਫੜਾ ਦਫੜੀ ਫੈਲ ਜਾਂਦੀ। ਉਹ ਵੀ ਅਸੀਂ ਸੰਭਾਲਿਆ, ਪਰ ਇਹਨਾਂ ਨੂੰ ਹੁਕਮਰਾਨਾਂ ਨੂੰ ਉਹਦਾ ਵੀ ਕੋਈ ਖਿਆਲ ਨਹੀਂ। ਤੋ ਇਹ ਤੋਂ ਬਿਨਾਂ ਐਮਰਜੈਂਸੀ ਲੱਗੀ ਤਾਂ ਪੰਜਾਬੀਆਂ ਨੇ ਮੁਕਾਬਲਾ ਕੀਤਾ। ਕੋਈ ਨਹੀਂ ਦੁਨੀਆ 'ਚ ਮਾਈ ਦਾ ਲਾਲ ਚੁੱਕਿਆ। ਪੰਜਾਬੀਆਂ ਨੇ ਜਦ ਤੱਕ ਹਟੀ ਨਹੀਂ ਐਮਰਜੈਂਸੀ, ਉਹਦਾ ਵਿਰੋਧ ਕਰਦੇ ਰਹੇ। ਔਰ ਉਹਦੇ ਬਾਅਦ ਜਨਤਾ ਪਾਰਟੀ ਨਾਂ ਦੀ ਕੋਈ ਇੱਥੇ ਸ਼ੈ ਨਹੀਂ ਸੀ। ਜੈ ਪ੍ਰਕਾਸ਼ ਨਾਰਾਇਣ ਬਿਹਾਰ ਤੋਂ ਆ ਕੇ ਪੰਜਾਬ 'ਚ ਨਾਰਾ ਦਿੰਦਾ ਹੈ ਜਨਤਾ ਪਾਰਟੀ ਦਾ, ਸਾਰੇ ਦੇਸ਼ 'ਚ ਜਨਤਾ 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 ਹੋ ਗਈ, ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਉਹ ਉਹਨਾਂ ਦੀ ਗਲਤੀ ਸੀ, ਲੋਕਾਂ ਨੇ ਫਤਵਾ ਦਿੱਤਾ ਸੀ, ਉਹਨਾਂ ਦੀ ਗਲਤੀ, ਉਹ ਨਹੀਂ ਇਕੱਠੇ ਰਹੇ ਤੇ ਟੁੱਟ ਗਈ ਫਿਰ ਜਨਤਾ ਪਾਰਟੀ। ਪਰ ਇੱਕ ਵਾਰੀ ਤਬਦੀਲੀ ਲੈ ਜਾਂਦੀ। ਉਹਦੇ ਬਾਅਦ ਫਿਰ ਇੱਕ ਵਾਰੀ ਤਬਦੀਲੀ ਆਈ, ਸਿਮਰਜੀਤ ਮਾਨ ਉਹਨਾਂ ਦੀ ਪਾਰਟੀ, ਉਹ ਉਹਨਾਂ ਦੀ ਗਲਤੀ ਸੀ, ਪਾਰਲੀਮੈਂਟ ਦੇ ਅੰਦਰ ਨਹੀਂ ਗਏ। ਪਰ ਲੋਕਾਂ ਨੇ ਐਡਾ ਵੱਡਾ ਨੋਟ ਵੀ ਦਿੱਤੇ, ਵੋਟ ਵੀ ਦਿੱਤੇ, ਐਡਾ ਵੱਡਾ ਫਤਵਾ ਦਿੱਤਾ। ਇਹ ਪੰਜਾਬੀਆਂ ਦੀ ਇਹ ਗੱਲ ਹੈ। ਮੈਂ ਪੰਜਾਬੀਆਂ ਦੇ ਖਾਸੇ ਦੀ ਗੱਲ ਕਰਦਾ। ਤਾਂ ਉਹ ਇਹੋ ਜਿਹੇ ਕੈਰੈਕਟਰ ਦੇ ਮਾਲਕ, ਇਹੋ ਜਿਹੇ ਅਮੀਰ ਵਿਰਸੇ ਦੇ ਮਾਲਕ, ਇਹੋ ਜਿਹੇ ਅਮੀਰ ਇਤਿਹਾਸ ਦੇ ਮਾਲਕ, ਉਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਹਰਾਉਣ ਵਾਲੀ ਜੰਮੀ ਨਹੀਂ। ਤੋ ਇਸ ਕਰਕੇ ਇਹ ਮੋਰਚਾ 101% ਜਿੱਤਾਂਗੇ। ਕੋਈ ਤਾਕਤ ਨਹੀਂ ਹਰਾ ਸਕਦੀ। ਹਾਂ, ਕਦੋਂ ਜਿੱਤਾਂਗੇ ਇਹ ਉੱਪਰਲਿਆਂ ਦੇ ਨੂੰ ਜਦੋਂ ਸੁੱਧ ਬੁੱਧੀ ਆਏਗੀ। ਮੈਂ ਤਾਂ ਬੜਾ ਸਪਸ਼ਟ ਕਹਿਣਾ, ਕੁਦਰਤ ਆ ਕੇ ਕਦੇ ਡਾਂਗ ਨਹੀਂ ਮਾਰਦੀ। ਉਹ ਤਾਂ ਵਿਨਾਸ਼ਕਾਲ ਵਿਪਰੀਤ ਬੁੱਧੀ, ਉਹ ਬੁੱਧੀ ਭ੍ਰਿਸ਼ਟ ਕਰ ਦਿੰਦੀ ਹੈ। ਮੈਨੂੰ ਲੱਗਦਾ ਵੀ ਇਹ ਬੁੱਧੀ ਭ੍ਰਿਸ਼ਟ ਹੋਈ ਹੈ ਇਹਨਾਂ ਦੀ। ਜੇ ਅੱਜ ਸਾਡਾ ਕੋਈ ਕੰਮ ਨਹੀਂ ਸੀ ਇਹ, ਅਸੀਂ ਬੰਗਾਲ ਜਾ ਕੇ ਇਹਨਾਂ ਦਾ ਵਿਰੋਧ ਕੀਤਾ, ਪਰ ਜਦੋਂ ਇਹ ਹੋਰ ਕੋਈ ਭਾਸ਼ਾ ਹੀ ਨਹੀਂ ਸਮਝਦੇ, ਅਸੀਂ ਉੱਥੇ ਜਾ ਕੇ ਵੋਟ ਤੇ ਟੀਕਾ ਲਾਤਾ, ਹਾਰ ਗਏ ਨਾ। ਹੁਣ ਵੀ ਮੈਂ ਕਹਿੰਦਾ ਵੀ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅਸੀਂ ਮਿਸ਼ਨ ਯੂਪੀ ਤੇ ਉੱਤਰਾਖੰਡ ਸ਼ੁਰੂ ਕਰਤਾ। ਮਾਂਜ ਦਿਆਂਗੇ। ਜੇ ਉਹ ਕਹਿਣ ਵੀ ਉੱਥੇ ਪਤਾ ਨਹੀਂ ਇੱਕ ਲੀਡਰ ਹੈ, ਯੂਪੀ ਦੀਆਂ ਜਿੰਨੀਆਂ ਛੋਟੀਆਂ ਜਥੇਬੰਦੀਆਂ ਅਸੀਂ ਸਾਰੀਆਂ ਨਾਲ ਤਾਲਮੇਲ ਕਰ ਲਿਆ। ਇਸ ਮਹੀਨੇ ਤੇ ਬਾਅਦ ਤੁਸੀਂ ਦੇਖੋਗੇ ਯੂਪੀ ਭੰਬੂਕੇ ਵਾਂਗ ਉੱਠੇਗਾ। ਔਰ ਯੂਪੀ ਤੇ ਬਾਅਦ ਅਸੀਂ ਕਰਨਾਟਕ, ਦੇਸ਼ ਦੇ ਆਂਧਰਾ 'ਚ, ਦੂਜੇ ਸੂਬਿਆਂ 'ਚ ਭਾਵੇਂ ਜਦੋਂ ਕਾਲ ਦਿੰਦੇ ਉਹ ਸਾਡੇ ਨਾਲ ਖੜਦੇ ਨੇ, ਪਰ ਉਹਨੂੰ ਵੱਡੇ ਪੱਧਰ ਤੇ ਅੰਦੋਲਨ ਨੂੰ, ਜਿਵੇਂ ਪੰਜਾਬ ਹਰਿਆਣੇ 'ਚ ਘਰ ਘਰ ਚੁੱਲ੍ਹਿਆਂ ਤੇ ਗੱਲਾਂ ਹੁੰਦੀਆਂ, ਇੱਦਾਂ ਹਰ ਘਰ 'ਚ ਚੁੱਲ੍ਹਿਆਂ ਤੇ ਗੱਲਾਂ ਹੋਣ ਲਾ ਦਿਆਂਗੇ। 2 ਮਹੀਨੇ ਦੇ ਅੰਦਰ ਇਹ ਦੇਸ਼ ਦੀ ਤਸਵੀਰ ਬਦਲ ਜਾਏਗੀ। ਇਸ ਜਿੱਦਾਂ ਤੁਸੀਂ ਸਪੋਰਟ ਕਿਹਨੂੰ ਕਰੋਗੇ ਫਿਰ? ਜਿੱਦਾਂ ਕਿ ਕਿਹਾ ਜਾਂਦਾ ਹੈ ਕਿ ਤੁਸੀਂ ਕੋਈ ਨਵੀਂ ਪਾਵਰ ਬਰਾਬਰ ਤੇ ਪੈਰਲਲ ਖੜੀ ਕਰੋਗੇ, ਮਤਲਬ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਨ ਦੀ ਗੱਲ ਚੱਲਦੀ ਹੈ, ਤਾਂ ਫਿਰ ਸਪੋਰਟ ਕਿਹਨੂੰ ਮਿਲੇਗੀ? ਫਿਰ ਦੂਸਰੀਆਂ ਪਾਰਟੀਆਂ ਨੂੰ ਸਪੋਰਟ ਕਰੋਗੇ ਬੀਜੇਪੀ ਦੇ ਅਗੇਂਸਟ ਜਾ ਕੇ? ਨਹੀਂ, ਇਹ ਮੈਂ ਕੁਝ ਨਹੀਂ ਹਾਲੇ ਕਿਹਾ। ਮੇਰਾ ਮੰਨਣਾ ਹੈ, ਮੇਰੇ ਸਾਥੀਆਂ ਦਾ ਮੰਨਣਾ ਹੈ ਵੀ ਅੱਜ ਅਸੀਂ ਇੱਕ ਵੱਡੇ ਸੰਘਰਸ਼ 'ਚ ਹਾਂ, ਜਿਹਨੂੰ ਸਾਰੀ ਦੁਨੀਆ ਦੇਖ ਰਹੀ ਹੈ, ਸਾਰੀ ਦੁਨੀਆ ਸਪੋਰਟ ਕਰ ਰਹੀ ਹੈ। ਦੇਖ ਨਹੀਂ ਰਹੀ ਐਡੀ ਵੱਡੀ ਸਪੋਰਟ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਰਮਨੀ, ਫਰਾਂਸ, ਦੁਨੀਆ ਭਰ ਦੇ ਹਰ ਦੇਸ਼ ਵਿੱਚ ਬੈਠੇ ਲੋਕ ਇਸ ਅੰਦੋਲਨ ਤੇ ਨਿਗਾਹ ਲਾਈ ਬੈਠੇ ਨੇ। ਔਰ ਸਾਨੂੰ ਕੋਈ ਕਮੀ ਵੀ ਨਹੀਂ ਰਹਿਣ ਦਿੰਦੇ। ਇੰਨੀ ਵੱਡੀ ਸਪੋਰਟ ਜਿਨ੍ਹਾਂ ਦੇ ਕੋਲ ਹੋਵੇ, ਉਹ ਅਸੀਂ ਤਾਂ ਬਹੁਤ ਅਮੀਰ ਲੋਕ ਹਾਂ। ਅਸੀਂ ਮੋਦੀ ਸਰਕਾਰ ਨੂੰ ਕੀ ਸਮਝਦੇ ਹਾਂ? ਐਡਾ ਜਿਉਂਦਾ ਰਹੇ ਸਾਡਾ ਭਾਈਚਾਰਾ, ਤੇ ਸਾਨੂੰ ਕੌਣ ਹਰਾ ਸਕਦਾ ਹੈ? ਤੇ ਪਰ ਸਾਡਾ ਅੱਜ ਦਾ ਨਿਸ਼ਾਨਾ ਸਾਡਾ ਮੋਰਚਾ ਹੈ। ਮੋਰਚਾ ਫਤਿਹ ਕਰਨਾ ਪਹਿਲੀ ਗੱਲ ਹੈ, ਵੋਟਾਂ ਦੂਏ ਨੰਬਰ ਤੇ ਨੇ। ਔਰ ਮੈਨੂੰ ਤਾਂ 2-3 ਦਿਨ ਤੇ ਕੁਝ ਲੋਕ ਕਹੀ ਜਾਂਦੇ ਨੇ, ਫੋਨ ਬੜੇ ਆਉਂਦੇ ਨੇ, ਪਤਾ ਨਹੀਂ ਕੀ ਹੋਇਆ 2-3 ਦਿਨ ਤੋਂ, ਇੰਨੇ ਫੋਨ ਇੱਕੋ ਕਿਸਮ ਦੇ ਵੀ ਚਲੋ ਵੋਟਾਂ 'ਚ ਤਾਂ ਤੁਸੀਂ ਨਹੀਂ ਲੜਨਾ, ਇਹ ਸਰਕਾਰ ਨੂੰ ਹੁਣੇ ਕਹਿ ਦਿਓ ਵੀ ਅਸੀਂ AVMs ਪਿੰਡਾਂ 'ਚ ਨਹੀਂ ਵੜਨ ਦੇਣੀਆਂ, ਆਪਣੀ ਪਾਲਿਸੀ ਬਦਲੋ, ਇਹ ਲੈ ਜਾਓ, ਇਹਦੇ ਸਾਰੇ ਜਿੱਦੇ ਹੁੰਦੇ ਹੋ।
ਬੀਬੀ ਪੈਟ ਵਾਲਾ ਉਹ ਡਰਾਮਾ ਲੋਕੀ ਟੈਲੀਫੋਨ ਕਰਦੇ ਨੇ, ਫੈਸਲਾ ਨਹੀਂ ਹਾਲੇ ਕੀਤਾ, ਪਰ ਲੋਕੀ ਕਹਿੰਦੇ ਨੇ ਛੇਤੀ ਐਲਾਨ ਕਰੋ, ਅਸੀਂ ਪਿੰਡਾਂ 'ਚ ਵੜਨ ਨਹੀਂ ਦੇਣੀ ਇਹਨਾਂ ਦੀ ਈਵੀਐਮ ਮਸ਼ੀਨਾਂ ਜਿਹਦੇ ਨਾਲ ਠੱਗੀ ਲੱਗਦੀ ਹੈ। ਤੇ ਪੋਲੀਟੀਸ਼ੀਅਨਾਂ ਦੀ ਇੱਕ ਪੋਲੀਟੀਕਲ ਖੇਡ ਹੈ, ਉਹ ਖੇਡ ਕੇ ਲੋਕਾਂ ਨੂੰ ਇਹ ਨਚਾਉਂਦੇ ਨੇ ਤੇ ਵੋਟਾਂ ਲੈ ਲਈਆਂ 5 ਸਾਲ ਫਿਰ ਪੁੱਛਣਾ ਨਹੀਂ, ਤੇ ਲੋਕੀ ਚੌਕਸ ਹੋ ਗਏ ਨੇ। ਇਹ ਸਾਰੀਆਂ ਗੱਲਾਂ ਤਾਂ ਹੋਣ ਲੱਗੀਆਂ। ਈਵੀਐਮ ਨੂੰ ਲੈ ਕੇ ਐਲਾਨ ਕਰ ਸਕਦੇ ਹੋ ਫਿਰ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਾਲਸ ਬਹੁਤ ਸਾਰੀਆਂ ਆ ਰਹੀਆਂ? ਨਹੀਂ, ਮੈਂ ਤੁਹਾਨੂੰ ਕਾਲਜ ਦਾ ਜ਼ਿਕਰ ਕੀਤਾ ਹੈ, ਐਲਾਨ ਕਰ ਸਕਦੇ ਨੇ, ਇਹ ਮੈਂ ਇਕੱਲਾ ਨਹੀਂ ਕਰ ਸਕਦਾ, ਇਹ ਦੇਖਾਂਗੇ ਕਿਤੇ। ਮੀਟਿੰਗ 'ਚ ਗੱਲ ਰੱਖੋਗੇ ਮਤਲਬ ਤੁਸੀਂ? ਨਹੀਂ, ਮੈਂ ਨਹੀਂ ਹਾਲੇ ਮਾਈਂਡ ਬਣਾਇਆ, ਮੈਂ ਤਾਂ ਤੁਹਾਨੂੰ ਦੱਸਿਆ ਮੀਟਿੰਗ 'ਚ ਗੱਲ ਆਉਂਦੀ ਹੈ, ਕੋਈ ਵੀ ਰੱਖ ਸਕਦਾ। ਮੈਨੂੰ ਨਹੀਂ ਕਾਲ ਆਉਂਦੀਆਂ, ਬਾਕੀ ਲੋਕਾਂ ਨੂੰ ਵੀ ਆਉਂਦੀਆਂ ਨੇ ਕਾਲਾਂ, ਸਾਰਿਆਂ ਨੂੰ ਆਉਂਦੀਆਂ, ਪਰ ਇਹ ਲੋਕਾਂ ਦੀ ਇੱਕ ਨਵੀਂ ਭੁੱਖ, ਮੈਂ ਦੱਸਿਆ ਲੋਕਾਂ 'ਚ ਇੱਕ ਨਵੀਂ ਭੁੱਖ ਜਾਗੀ ਹੈ। ਲੋਕੀ ਇੰਨੇ ਜਾਗਰੂਕ ਹੋ ਗਏ, ਉਹ ਕਹਿੰਦੇ ਵੀ ਇਹ ਜਿੱਥੋਂ ਠੱਗੀ ਕਰਦੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਸ਼ੱਕ ਹੁੰਦਾ ਵੀ ਇੱਥੋਂ ਠੱਗੀ ਲਾਉਂਦੇ ਨੇ, ਉਹ ਕਹਿੰਦੇ ਇਹਨੂੰ ਇਹ ਲੂਪਹੋਲ ਬੰਦ ਕਰ ਦਿਓ, ਪੱਕਾ ਟੀਕਾ ਲਾ ਦਿਓ, ਉਹਨੂੰ ਬੰਦ ਕਰ ਦਿਓ। ਰਾਜਾ ਸਾਹਿਬ, ਪੰਜਾਬ ਤੋਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਪੰਜਾਬੀ ਕਦੇ ਹਾਰੇ ਨਹੀਂ, ਹਾਰ ਨਹੀਂ ਮੰਨੀ। ਪੰਜਾਬ ਦੇ ਸਿਆਸੀ ਸਮੀਕਰਨਾਂ ਤੇ ਜੇ ਗੱਲ ਕਰੀਏ ਅਸੀਂ ਤਾਂ ਕੀ ਨਜ਼ਰ ਆਉਂਦਾ? ਸਿਆਸੀ ਸਮੀਕਰਨ ਬਦਲਦੇ ਨਜ਼ਰ ਆਉਂਦੇ? ਨਹੀਂ, ਮੈਂ ਪਹਿਲਾਂ ਕਿਹਾ ਹਾਲੇ ਕੁਝ ਨਹੀਂ। ਸਿਆਸੀ ਸਮੀਕਰਨ ਬਦਲਣ ਦੀ ਹਰ ਕੋਈ ਕੋਸ਼ਿਸ਼ ਕਰਦਾ ਹੈ। ਪੋਲੀਟੀਕਲ ਲੋਕ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨਸ ਨੇ, ਲੋਕਾਂ ਦਾ ਧਿਆਨ ਇਹਦੇ ਤੇ ਕੇਂਦਰਿਤ ਹੈ, ਮੋਰਚੇ ਤੇ। ਉਹ ਇਸ ਗੱਲ 'ਚ ਗੁੱਸੇ 'ਚ ਨੇ ਵੀ ਸਾਨੂੰ ਵੋਟਾਂ ਵਾਸਤੇ ਕਿਉਂ ਸਤਾਉਂਦੇ ਨੇ ਜਦੋਂ ਤੱਕ ਸਾਡਾ ਮੋਰਚੇ ਦਾ ਫੈਸਲਾ ਨਹੀਂ ਹੁੰਦਾ। ਉਹ ਸਗੋਂ ਪੋਲੀਟੀਕਲ ਪਾਰਟੀਆਂ ਤੋਂ ਨਾਰਾਜ਼ ਨੇ। ਇਹ ਪਾਰਟੀਆਂ ਨੂੰ ਅਸੀਂ ਬੜੀ ਵਾਰੀ ਅਪੀਲ ਕੀਤੀ ਹੈ ਵੀ ਭਰਾਵੋ, ਜਦੋਂ ਤੱਕ ਕਿਸਾਨ ਇੱਥੇ ਬੈਠਾ ਉੱਥੇ ਤੇ ਸਬਰ ਕਰੋ, ਉਸ ਤੋਂ ਬਾਅਦ ਵੋਟਾਂ ਤੁਸੀਂ ਉਹ ਲੈਣੀਆਂ ਲੋਕਾਂ ਕੋਲ। ਜਦੋਂ ਅੰਦੋਲਨ ਜਿੱਤ ਲਾਂਗੇ, ਅੱਜ ਇਹਦੇ ਨਾਲ ਖੜੋ। ਜਦੋਂ ਅੰਦੋਲਨ ਜਿੱਤ ਲਾਂਗੇ ਉਸ ਵੇਲੇ ਤੁਸੀਂ ਆਪਣਾ ਪ੍ਰਚਾਰ ਕਰ ਲਿਓ, ਤੁਹਾਨੂੰ ਖੁੱਲੀ ਛੁੱਟੀ ਹੋਊ। ਪਰ ਉਹਨਾਂ ਨੂੰ ਪਤਾ ਨਹੀਂ ਕੀ ਫਿਕਰ ਪਿਆ ਹੋਇਆ, ਉਹਨਾਂ ਨੂੰ ਆਪਣੀ ਜ਼ਮੀਨ ਨਹੀਂ ਲੱਭਦੀ ਤੇ ਉਹ ਰੋਜ਼ ਵੋਟਾਂ ਦਾ ਰਾਗ ਲਾਪੀ ਜਾਂਦੇ ਨੇ। ਪਰ ਲੋਕ ਇਸ ਵਾਰੀ ਮੈਂ ਦੇਖ ਰਿਹਾ ਇੱਕ ਵੱਖਰੀ ਲੋਕਾਂ ਦੇ ਵਿੱਚ ਚੇਤਨਾ ਪੈਦਾ ਹੋਈ ਹੈ। ਉਹ ਆਪਣੇ ਮੁੱਦੇ ਤੋਂ ਇੱਧਰ ਹੋਣ ਨੂੰ ਤਿਆਰ ਨਹੀਂ। ਰਾਜਾ ਸਾਹਿਬ, 2-4 ਮਿੰਟ ਦਾ ਹੋਰ ਸਮਾਂ ਲੈਣਾ। 2-4 ਸਵਾਲ ਹੋਰ ਨੇ ਲੋਕਾਂ ਦੇ। ਉਹ ਕਹਿੰਦੇ ਕਿ ਪੰਜਾਬ ਦੀਆਂ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾਅਵਾ ਕਰ ਰਹੀਆਂ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਵਾਕਈ ਕੋਈ ਖੜਾ ਨਜ਼ਰ ਆਉਂਦਾ ਵੀ ਹੈ ਜਾਂ ਫਿਰ ਸਿਆਸੀ ਜ਼ਮੀਨ ਵਾਸਤੇ ਸਭ ਕੁਝ ਖੜੇ ਨਜ਼ਰ ਆ ਰਹੇ? ਅੱਜ ਦੀ ਡੇਟ ਵਿੱਚ ਜੇ ਸਾਰਾ ਸਿਨਾਰੀਓ ਦੇਖੋ ਤਾਂ ਆਪਣੀ ਜ਼ਮੀਨ ਤਰਾਸ਼ਣ ਵਾਸਤੇ ਇੱਕ ਇਹ ਵੀ ਬਦਕਿਸਮਤੀ ਹੈ। ਪੋਲੀਟਿਕਸ ਜਿਹੜੇ ਲੋਕ ਚਲੇ ਗਏ ਯਾਰ, ਆਪਣੇ ਆਪ ਨੂੰ ਵੱਖਰੀ ਕਲਾਸ ਸਮਝਣ ਲੱਗ ਪਏ। ਉਹ ਕਹਿੰਦੇ ਮੈਂ ਸੁਪਰ ਹਿਊਮਨ ਹੋ ਗਿਆ। ਇੱਕ ਆਮ ਆਦਮੀ ਜੇ ਉਹਨੂੰ ਵੋਟਾਂ ਵਿੱਚ ਲੋਕਾਂ ਨੇ ਬਣਾਤਾ MLA, ਉਹ ਲੋਕਾਂ ਨੂੰ ਮੁਸ਼ਕਾਉਣ ਲੱਗ ਪਿਆ ਉਹਨੂੰ। ਇਹ ਬਹੁਤ ਮੰਦਭਾਗੀ ਗੱਲ ਹੈ। ਇਹ ਜਿਹੜੀ ਹੈ ਨਾ ਟ੍ਰੈਂਡ, ਇਹਨੂੰ ਕਿਤੇ ਬ੍ਰੇਕ ਲੱਗਣੀ ਚਾਹੀਦੀ ਹੈ। ਲੋਕਾਂ ਦੇ ਬੰਦੇ ਨੂੰ ਲੋਕਾਂ ਦਾ ਬੰਦਾ ਬਣ ਕੇ ਰਹਿਣਾ ਚਾਹੀਦਾ ਹੈ। ਉਹਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਵੀ ਜਿਨ੍ਹਾਂ ਨੇ ਉਹਨੂੰ ਤਖਤ ਤੋਂ ਅਰਸ਼ਾਂ ਤੇ ਪਹੁੰਚਾਤਾ, ਉਸ ਬੰਦੇ ਨੂੰ ਉਹਨਾਂ ਦਾ ਧੰਨਵਾਦੀ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਵਾਪਸ ਅਦਾ ਕਰਨ ਵਾਸਤੇ ਉਪਰਾਲੇ ਕਰਨੇ ਚਾਹੀਦੇ ਆ ਵੀ ਉਹਨਾਂ ਨੂੰ ਇਹ ਹੋਵੇ ਵੀ ਹਾਂ ਸਾਡਾ ਨੁਮਾਇੰਦਾ ਬਣਿਆ, ਇਹ ਸਾਡੀ ਚਿੰਤਾ ਕਰਦਾ ਹੈ। ਪਿਛਲੇ ਦਿਨੀ ਵੀ ਆਪਾਂ ਜ਼ਿਕਰ ਕੀਤਾ ਸੀ, ਬਹੁਤ ਲੋਕ ਕਹਿੰਦੇ ਕਿ ਕਿਸਾਨ ਆਗੂ ਜਿਹੜੇ ਆ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਵੀ ਆਉਣਾ ਚਾਹੀਦਾ ਹੈ, ਚੋਣਾਂ ਵੀ ਲੜਨੀਆਂ ਚਾਹੀਦੀਆਂ ਕਿਉਂਕਿ ਬਦਲਾਅ ਹੋਣ ਕੁਝ ਇਹੋ ਜਿਹਾ। ਇਸ ਤੇ ਕੀ ਕਹੋਗੇ? ਨਹੀਂ, ਮੈਂ ਬੜਾ ਸਪਸ਼ਟ ਪਹਿਲਾਂ ਕਹਿ ਚੁੱਕਾ, ਅੱਜ ਦੀ ਤਰੀਕ 'ਚ ਸਾਨੂੰ ਸਾਡਾ ਮੋਰਚਾ ਦਿੰਦਾ ਹੈ, ਹੋਰ ਕੁਝ ਨਹੀਂ ਦਿਸਦਾ। ਮੋਰਚਾ ਫਤਿਹ ਹੋ ਗਿਆ, ਫਿਰ ਮੈਂ ਨਹੀਂ ਕਹਿ ਸਕਦਾ ਕੀ ਕਰਨਗੇ। ਇਹ ਲੋਕਾਂ ਦੇ ਹੱਥ ਹੁੰਦੀ ਹੈ ਸਾਰੀ ਤਾਕਤ। ਲੋਕੀ ਕੀ ਕਰਦੇ ਨੇ, ਉਹਦੇ ਵਿੱਚੋਂ ਕੀ ਜਨਮ ਲੈਂਦਾ, ਉਹ ਮੈਂ ਨਹੀਂ ਅੱਜ ਕਹਿ ਸਕਦਾ। ਰਾਜਵਲ ਸਾਹਿਬ, ਸਟੇਜ ਤੋਂ ਬਹੁਤ ਸਾਰੀਆਂ ਹੋਰ ਵੀ ਗੱਲਾਂ ਹੋਈਆਂ ਨੇ, ਪੋਜ਼ਿਟਿਵ ਸੁਨੇਹੇ ਵੀ ਤੁਸੀਂ ਲੋਕਾਂ ਨੂੰ ਦਿੱਤੇ ਨੇ ਔਰ ਲੋਕ ਤੁਹਾਨੂੰ ਸੁਣਦੇ ਵੀ ਨੇ। ਕਿਸ ਤਰ੍ਹਾਂ ਦੇਖਦੇ ਹੋ? ਪਿਛਲੇ ਦਿਨੀ ਰੁਲਦੂ ਸਿੰਘ ਮਾਨਸਾ ਉਹਨਾਂ ਨੇ ਬਿਆਨ ਦਿੱਤਾ, ਫਿਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ, 15 ਦਿਨਾਂ ਲਈ ਸਸਪੈਂਡ ਕੀਤਾ। ਕੀ ਇਹੋ ਜਿਹੀਆਂ ਗੱਲਾਂ, ਇਹੋ ਜਿਹੀ ਬਿਆਨਬਾਜ਼ੀ ਹੋਣੀ ਚਾਹੀਦੀ ਹੈ ਸਟੇਜ ਤੇ? ਮੰਨਦੇ ਹੋ ਤੁਸੀਂ? ਤੁਹਾਡਾ ਕੀ ਮੰਨਣਾ ਇਸ ਤੇ? ਨਹੀਂ, ਆਪਣੇ ਆਪ ਤੇ ਰਿਸਟ੍ਰੇਂਟ ਬਹੁਤ ਜ਼ਰੂਰੀ ਹੁੰਦਾ ਹੈ। ਆਪਣੀ ਜ਼ੁਬਾਨ ਦੇ ਉੱਤੇ ਲਗਾਮ ਲਾ ਕੇ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਸਮਾਜ ਵਿੱਚ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੁੰਦਾ। ਉਹਦੇ ਵਿੱਚ ਹਰ ਲੇਖਕ ਆਪਣੇ ਢੰਗ ਨਾਲ ਲਿਖਦਾ, ਕੋਈ ਗਲਤ ਲਿਖ ਦਿੰਦਾ, ਕੋਈ ਠੀਕ ਲਿਖ ਦਿੰਦਾ। ਜਿੰਨੀ ਦੇਰ ਤੱਕ ਤੁਹਾਨੂੰ ਕੋਈ ਮੁੱਦੇ ਨਾਲ ਕੰਸਰਨ ਨਾ ਹੋਵੇ, ਕਿਉਂ ਐਵੇਂ ਕਮੈਂਟ ਕਰਕੇ ਕਿਸੇ ਦਾ ਦਿਲ ਦੁਖਾਓ? ਇੱਦਾਂ ਨਹੀਂ ਚਾਹੀਦਾ ਸਾਨੂੰ। ਵੈਸੇ ਤਾਂ ਮੈਨੂੰ ਜੇ ਸੱਚ ਪੁੱਛੇ, ਸਾਨੂੰ ਆਪਣੇ ਮੁੱਦੇ ਤੱਕ ਕੇਂਦਰਿਤ ਰਹਿਣਾ ਚਾਹੀਦਾ। ਬਾਕੀ ਬਹੁਤ ਕੁਝ ਪਿਆ ਸਮਾਜ 'ਚ ਆਲੇ ਦੁਆਲੇ, ਤੁਸੀਂ ਕਿੰਨੇ ਕੁ ਤਾਈਂ ਜਾ ਸਕਦੇ ਹੋ, ਕਿੰਨੀ ਕਪੈਸਿਟੀ ਹੈ, ਤੁਸੀਂ ਸਾਰਾ ਕੁਝ ਸੁਧਾਰ ਦਿਓਗੇ? ਤੁਸੀਂ ਅੰਦੋਲਨ ਤੇ ਹੀ ਲਾ ਲਓ ਸਾਰਾ ਕੰਸਰ, ਇਹੀ ਨਹੀਂ ਮੁੱਕਦਾ ਇਹਦੇ ਵਿੱਚ। ਇਹ ਤਾਂ ਇੱਕ ਛੋਟੀ ਜੀ ਜਿਹੜੀ ਕਹਿੰਦੇ ਨਾ ਗੋਲੇ 'ਚ ਪੂਣੀ ਚੱਕੀ ਆ, ਹਲੇ ਕੱਤਣ ਵਾਸਤੇ ਕੱਤਣ ਵੀ ਨਹੀਂ ਲੱਗੇ। ਇਹ ਤਾਂ ਪਹਿਲੀ ਪੂਣੀ ਚੱਕੀ ਹੈ। ਇਹ ਜੇ ਫਤਿਹ ਵੀ ਹੋ ਗਿਆ ਮੋਰਚਾ, ਸਮਾਜ ਵਿੱਚ ਤਬਦੀਲੀ ਲਿਆਉਣ ਵਾਸਤੇ ਇੰਨਾ ਕੁਝ ਪਿੱਛੇ ਪਿਆ ਹੈ।
ਸਰਕਾਰ ਦੇ ਕੋਲ ਇੰਨਾ ਗੰਦਮੰਦ ਪਿਆ ਤੁਹਾਡੇ ਤੇ ਸਿੱਟਣ ਨੂੰ ਤਿਆਰ। ਸਾਨੂੰ ਨਿਰੇ 3 ਕਾਨੂੰਨਾਂ ਦੀ ਫਿਕਰ ਨਹੀਂ, ਜਿਹੜਾ ਇਹਦੇ ਪਿੱਛੇ ਗੰਦਮੰਦ ਪਿਆ ਉਹ ਨਾ ਸਾਡੇ ਤੇ ਆ ਡਿੱਗੇ, ਉਹਦੀ ਬਹੁਤ ਚਿੰਤਾ ਹੈ। ਤੋ ਇਸ ਕਰਕੇ ਇਦਾਂ ਦੀਆਂ ਗੱਲਾਂ ਵਿੱਚ એનર્ਜੀ ਆਪਣੀ ਵੀ ਲੋਕਾਂ ਦੀ ਮਨ ਦੁਖਾ ਕੇ ਆਪਣੀ એનર્ਜੀ ਵੇਸਟ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੇ ਆਪ ਤੇ ਥੋੜਾ ਸੈਲਫ ਕੰਟਰੋਲ ਰੱਖਣਾ ਚਾਹੀਦਾ। ਕੈਥ ਹੁਣਾਂ ਨੇ ਇੱਕ ਹੋਰ ਬਿਆਨ ਦਿੱਤਾ, ਉਹ ਕਹਿੰਦੇ ਕਿ 15 ਅਗਸਤ ਨੂੰ ਅਸੀਂ ਦਿੱਲੀ ਤੇ ਝੰਡਾ ਫਹਿਰਾਉਣਾ। ਇਹ ਡਕੈਤ ਸਾਹਿਬ ਕਈ ਵਾਰੀ ਉਹ ਵੀ ਹੱਦਾਂ ਪਾਰ ਕਰ ਜਾਂਦੇ ਨੇ। ਮੈਂ ਬੜੀ ਵਾਰੀ ਉਹਨਾਂ ਨੂੰ ਸਮਝਾਇਆ ਵੀ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਜਿਹੜਾ ਵੱਡੇ ਲੀਡਰ ਨੇ ਉਹਨਾਂ ਤੇ ਇੱਕ ਜ਼ਿੰਮੇਵਾਰੀ ਹੁੰਦੀ ਹੈ, ਉਹ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਜਿਹੜਾ ਕੰਮ ਕਰਨਾ ਹੈ, ਅਸੀਂ ਇਕੱਲਾ ਡਕੈਤ ਤਾਂ ਵਿਚਾਰਾ ਹੈ ਨਹੀਂ, ਇੱਥੇ 40-45 ਜਥੇਬੰਦੀਆਂ ਪਹਿਲਾਂ, ਹੁਣ ਬਾਕੀ 700 ਦੇ ਕਰੀਬ ਜਥੇਬੰਦੀਆਂ ਇਹਦੇ ਵਿੱਚ ਆ ਕੇ ਐਕਟਿਵਲੀ ਕੰਮ ਕਰਨ ਲੱਗ ਪਈਆਂ। ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਪੁੱਛਣਾ ਤਾਂ ਜਾਣਦੇ ਚਾਹੀਦਾ ਨਾ। ਤੇ ਜੇ ਮੈਂ ਕਹਾਂ ਸਭ ਕੋ ਮੈਂ ਦੁਨੀਆ ਥੰਮੀ ਹੋਈ ਹੈ ਤੇ ਮੇਰੇ ਵਰਗਾ ਬੇਵਕੂਫ ਕੋਈ ਨਹੀਂ। ਤੋ ਇਸ ਕਰਕੇ ਡਕੈਤ ਸਾਹਿਬ ਨੂੰ ਜਿਹੜੇ ਇਦਾਂ ਦੇ ਬਿਆਨ ਨੇ, ਜਿਹੜੇ ਮੋਰਚੇ 'ਚ ਡਿਸਕਸ ਵੀ ਨਹੀਂ ਹੋਏ, ਫੈਸਲਾ ਤਾਂ ਦੂਰ, ਹਾਲੇ ਏਜੰਡੇ ਤੇ ਵੀ ਨਹੀਂ ਆਏ, ਉਹ ਕਹਿ ਦੇਣਾ ਪਹਿਲਾਂ ਹੀ, ਇਹ ਸ਼ੋਭਾ ਨਹੀਂ ਦਿੰਦਾ। ਸਮਝਾਇਆ ਨਹੀਂ ਤੁਸੀਂ, ਕਿਉਂਕਿ ਕਈ ਵਾਰ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਤੁਸੀਂ ਕਿਹਨੂੰ ਆਗੂ ਮੰਨਦੇ ਹੋ, ਕਹਿੰਦੇ ਕਿ ਬਲਬੀਰ ਸਿੰਘ ਰਾਜੇਵਾਲ ਮੇਰਾ ਲੀਡਰ ਹੈ। ਨਹੀਂ ਚਲੋ ਮੇਰੇ ਅਜ਼ੀਜ਼ ਨੇ, ਉਹਨਾਂ ਦਾ ਧੰਨਵਾਦ, ਇੱਦਾਂ ਕਹਿੰਦੇ ਵੀ ਨੇ, ਮੈਂ ਕਹਿ ਵੀ ਦਿੰਦਾ, ਐਸੀ ਨਹੀਂ ਗੱਲ ਨਾ। ਮੇਰਾ ਉਹ ਗੁੱਸਾ ਕਰਦੇ ਨੇ, ਮੈਂ ਜੇ ਕਹਿਣਾ ਉਹ ਮੇਰੀ ਗੱਲ ਸੁਣ ਲੈਂਦੇ ਨੇ, ਮੰਨਦੇ ਨੇ। ਤੇ ਮਿਲੇ ਤਾਂ ਉਹਨੂੰ ਸਮਝਾਊਂਗਾ ਵੀ ਨਾ ਮਿੱਤਰਾ ਹੈ ਜੇ ਕੰਮ ਕਰਿਆ ਕਰੋ, ਇਹਦੇ ਜੋ ਨਿਕਲਦਾ ਨਹੀਂ। ਇੱਕ ਸਵਾਲ ਇਹ ਹੈ ਕਿ ਇਹ ਚਰਚਾ ਚੱਲ ਰਹੀ ਹੈ ਕਿ ਸਰਕਾਰ ਤੁਹਾਡੀ ਪਾਰਲੀਮੈਂਟ ਜਿਹੜੀ ਤੁਸੀਂ ਪੈਰਲਲ ਚਲਾ ਰਹੇ ਹੋ ਇਸ ਦੇ ਨਾਲ, ਔਰ ਹੋਰ ਲੰਬਾ ਸਮਾਂ ਚੱਲ ਗਿਆ ਅੰਦੋਲਨ, ਇਸ ਦੇ ਨਾਲ ਸਰਕਾਰ ਤੇ ਪ੍ਰੈਸ਼ਰ ਤਾਂ ਲੰਬੇ ਸਮੇਂ ਤੋਂ ਹੈਗਾ ਹੀ ਹੈ। ਸਰਕਾਰ ਝੁਕੀ ਵੀ ਹੈ ਔਰ ਸਰਕਾਰ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਮਸਲੇ ਨਾਲ, ਕਿਸੇ ਤਰੀਕੇ ਨਾਲ ਇਸ ਮਸਲੇ ਦਾ ਹੱਲ ਨਿਕਲ ਜਾਵੇ। ਕੋਈ ਸੰਪਰਕ ਕੀਤਾ ਕਿਸੇ ਨਾਲ ਤੁਹਾਡੇ ਤੱਕ, ਜਾਂ ਗੱਲਬਾਤ ਹੋਈ ਕੋਈ? ਦੇਖੋ ਇਹ ਸ਼ੋਸ਼ੇਬਾਜ਼ੀ ਮੈਂ ਕਹਾਂਗਾ, ਅਸੀਂ ਕਦੀ ਨਹੀਂ ਭੱਜੇ ਗੱਲਬਾਤ ਤੋਂ, ਨਾ ਅੱਗੇ ਭੱਜਾਂਗੇ। ਸਾਡਾ ਬੜਾ ਤੈਅਸ਼ੁਦਾ ਇਹ ਫੈਸਲਾ ਹੈ ਵੀ ਜਦੋਂ ਵੀ ਸਰਕਾਰ ਬੁਲਾਏਗੀ ਮੇਜ਼ ਤੇ ਬੈਠ ਕੇ ਗੱਲ ਕਰਾਂਗੇ, ਆਪਣੀ ਗੱਲ ਰੱਖਾਂਗੇ। ਜਿਹੜੀ ਸਾਡੀ ਗੱਲ ਵਿੱਚ ਕੋਈ ਕਮੀ ਪੇਸ਼ੀ ਹੋਈ, ਉਹ ਜ਼ਿਆਦਾ ਪਾਏਦਾਰ ਗੱਲ ਕਰਦੇ ਹੋਏ ਅਸੀਂ ਉਹਨੂੰ ਅਡਾਪਟ ਕਰਾਂਗੇ। ਪਰ ਜੇ ਸਾਡੀ ਗੱਲ 'ਚ ਵਜ਼ਨ ਜ਼ਿਆਦਾ ਹੈ, ਉਹਨਾਂ ਦੀ ਗੱਲ 'ਚ ਵਜ਼ਨ ਹੈ ਨਹੀਂ, ਫਿਰ ਅਸੀਂ ਆਪਣੀ ਗੱਲ ਬਣਾਉਣ ਵਾਸਤੇ ਅੜਾਂਗੇ। ਔਰ ਮੈਂ ਸਮਝਦਾ ਸਾਡਾ ਅੜਨਾ ਦੇਸ਼ ਲਈ ਅੜਨਾ ਹੈ, ਸਾਡੇ ਨਿੱਜ ਲਈ ਨਹੀਂ। ਤੇ ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਇਹ ਲੋਕ ਜਿਹੜੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਹੈ, ਤਰ੍ਹਾਂ ਤਰ੍ਹਾਂ ਦੀ ਬੋਲੀ ਬੋਲ ਕੇ ਤੁਸੀਂ ਉਹਨਾਂ ਤੇ ਰੋਜ਼ ਨਵੇਂ ਬੋਲੇ ਬੋਲਦੇ ਹੋ, ਉਹਨਾਂ ਨੂੰ ਗਾਲਾਂ ਕੱਢਦੇ ਹੋ, ਉਹਨਾਂ ਨੂੰ ਗੰਦਮੰਦ ਸੇ ਸਾਰਾ ਸਮਾਜ ਦੇਖ ਰਿਹਾ, ਸਾਰਾ ਦੇਸ਼ ਦੇਖ ਰਿਹਾ। ਜੇ ਕਿਸਾਨ ਜਿਹੜਾ ਅੰਨਦਾਤਾ ਹੈ, ਜੇ ਉਹ ਗੁੰਡਾ ਬਦਮਾਸ਼ ਖਾਲਿਸਤਾਨੀ ਅੰਦੋਲਨ ਜੀਵੀ ਇਹੋ ਜਿਹਾ ਸਭ ਕੁਝ ਬਣਾਤਾ, ਇਹ ਤੁਹਾਡਾ ਅੰਦਰ ਬੋਲਦਾ, ਤੁਸੀਂ ਤੁਹਾਡੀ ਆਤਮਾ ਬੋਲਦੀ ਹੈ, ਤੁਸੀਂ ਉਹਦਾ ਸਤਿਕਾਰ ਕਿੰਨਾ ਕਰਦੇ ਹੋ। ਚੰਗਾ ਹੋ ਗਿਆ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਤੁਸੀਂ ਕੀ ਚੀਜ਼ ਹੋ, ਉਹ ਕੀ ਚੀਜ਼ ਨੇ। ਲੰਬਾ ਸਮਾਂ ਹੋ ਗਿਆ ਮੀਟਿੰਗ ਨਹੀਂ ਹੋਈ, ਮੀਟਿੰਗ ਨਾ ਹੋਣਾ ਕੀ ਦਰਸਾਉਂਦਾ? ਸਰਕਾਰ ਦੀ ਦਾ ਅੜੀਅਲ ਵਤੀਰਾ, ਸਰਕਾਰ ਦੀ ਹਉਮੈ ਸਾਡੇ ਪਾੜ ਦਿੱਤਾ ਸੀ। ਇੱਕ ਦਿਨ ਵੀ ਝੂਠ ਬੋਲੀ ਜਾਣਾ, ਕਦੇ ਇਹ ਕਹਿ ਦੇਣਾ ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਰਿਪੀਲ ਕਰਨ ਨੂੰ ਨਾ ਕਹੋ। ਪਹਿਲਾਂ ਹੀ ਸ਼ਰਤ ਲਾਤੀ, ਜੇ ਤੁਸੀਂ ਇੱਕ ਲੋਕਾਂ ਨੂੰ ਮਾਰਨ ਵਾਸਤੇ ਗਲਤ ਕਾਨੂੰਨ ਬਣਾ ਲਏ, ਉਹਨਾਂ ਨੂੰ ਜੇ ਆਪਣੇ ਆਪ 'ਚ ਸੁਧਾਰ ਕਰਨ ਨੂੰ ਤਿਆਰ ਨਹੀਂ, ਸਾਡੇ ਤੇ ਪਾਬੰਦੀ ਲਾ ਕੇ ਕਹੋ ਗੱਲਬਾਤ ਨੂੰ ਆ ਜਾਓ। ਫਿਰ ਕਦੇ ਇਹ ਕਹਿਣਾ ਪ੍ਰਧਾਨ ਮੰਤਰੀ ਦਾ ਵੀ ਮੈਂ ਤਾਂ ਇੱਕ ਕਾਲ ਦੂਰ ਹਾਂ, ਨੰਬਰ ਕਿਹੜੇ 'ਤੇ ਕਾਲ ਕਰੀਏ, ਕਿੱਥੇ ਜਿਹੜੀ ਕਾਲ ਕਹਿੰਦੇ ਨੇ ਕਰੋ। ਸਾਰੇ ਦੇਸ਼ ਦਾ ਕਿਸਾਨ ਕਹਿੰਦਾ ਨੰਬਰ ਤਾਂ ਦੱਸ ਦਿਓ, ਅਸੀਂ ਕਾਲ ਕਰ ਲਈਏ। ਅਮਿਤ ਸ਼ਾਹ ਉਹਨਾਂ ਨੂੰ ਕਰ ਲੈਣਾ ਸੀ, ਕੀਤਾ ਹੋਈ ਕਿ ਕਹਿ ਦਿੰਦੇ ਕਿ ਮੋਦੀ ਭਾਈ ਬਾਤ ਕਰ ਲਓ। ਅਮਿਤ ਸ਼ਾਹ ਆਪ ਹੀ ਕਰਦੇ ਨੇ ਫੋਨ, ਜਦੋਂ ਕਰਦੇ ਨੇ। ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੈ, ਮੇਰੇ ਕੋਲ ਨੰਬਰ ਨਹੀਂ ਰੈਡੀ ਹੈ। ਮੈਂ ਇਸ ਕਰਕੇ ਨਹੀਂ ਕਦੇ ਕੀਤਾ ਵੀ ਉਹ ਪਤਾ ਨਹੀਂ ਕਿਹੜੇ ਨੰਬਰ 'ਤੇ ਉਹ ਗੱਲ ਕਰਦੇ ਨੇ। ਨਾਲੇ ਉਹਨਾਂ ਕੋਲ ਜੀ ਉਹ ਵੱਡੇ ਲੋਕ ਹੋ ਗਏ, ਲੋਕਾਂ ਦੇ ਲੋਕ ਤਾਂ ਰਹੇ ਨਹੀਂ। ਉਹ ਐਡੇ ਵੱਡੇ ਲੋਕ ਹੋ ਗਏ, ਅਸਮਾਨੀ ਉੱਡਣ ਲੱਗ ਗਏ। ਉਹਨਾਂ ਦਾ ਪਤਾ ਨਹੀਂ ਅੱਗੇ ਕੋਈ ਅਸਿਸਟੈਂਟ PA ਚੱਕੂ, ਫਿਰ ਕੋਈ PA ਚੱਕੂ, ਫਿਰ ਕੋਈ ਸੀਨੀਅਰ PA ਚੱਕੂ, ਫਿਰ ਉੱਥੇ ਤੇ ਜਾਵਾਂਗੇ। ਉੱਥੇ ਤੇ ਜਾਂਦੇ ਜਾਂਦੇ ਸਾਡੀ ਕਾਲ ਦਾ ਦਮ ਘੁੱਟ ਜੂ। ਰਾਜੇਵਾਲ ਸਾਹਿਬ, ਬੀਜੇਪੀ ਦੇ ਆਗੂ ਹਜੇ ਵੀ ਉਸੇ ਗੱਲ ਤੇ ਨੇ। ਬੀਜੇਪੀ ਦੇ ਆਗੂ ਕਦੇ ਮਵਾਲੀ ਕਹਿੰਦੇ ਆ, ਕਦੇ ਗੁੰਡਾ ਕਹਿੰਦੇ ਆ, ਭਾਵੇਂ ਪੰਜਾਬ ਦੇ ਆਗੂ ਹੋਣ, ਭਾਵੇਂ ਹਰਿਆਣੇ ਦੇ ਹੋਣ। ਔਰ ਹਰਜੀਤ ਗਰੇਵਾਲ ਹੋਣਾ ਦਾ ਜ਼ਿਕਰ ਆਉਂਦਾ, ਤੁਸੀਂ ਕਿਹਾ ਸੀ ਕਿ ਸੋਸ਼ਲੀ ਬਾਈਕਾਟ, ਉਹ ਕਹਿੰਦੇ ਕਿ ਇਹ ਤਾਂ ਗੁੰਡੇ ਆ ਬੈਠੇ ਐਵੇਂ ਐ, ਇਦਾਂ ਥੋੜੀ ਅੰਦੋਲਨ ਲੜੇ ਜਾਂਦੇ ਆ। ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਕਹੋਗੇ? ਇੰਨਾ ਮਤਲਬ ਅਗਰੈਸਿਵ ਕਿਉਂ ਹੋ ਜਾਂਦੇ ਆ ਕਿਸਾਨਾਂ ਨੂੰ ਲੈ ਕੇ, ਕਿਸਾਨਾਂ ਦਾ ਨਾਮ ਸੁਣ ਕੇ? ਕਿਸ ਬੰਦੇ ਦੀ ਗੱਲ ਕਰਦੇ ਹੋ? ਬੰਦਾ ਪਬਲਿਕ ਲਾਈਫ 'ਚ ਹੋਵੇ, ਉਹਦਾ ਪਿੰਡ ਗੁਰਦੁਆਰੇ 'ਚ ਬੈਠ ਕੇ ਸੋਸ਼ਲ ਬਾਈਕਾਟ ਕਰ ਦੇਵੇ,
ਜਿਹੜੇ ਪਿੰਡ 'ਚ ਜੰਮਿਆ ਪਲਿਆ, ਜਿੱਥੇ ਦੀ ਮਿੱਟੀ 'ਚ ਖੇਡਿਆ, ਉਸ ਪਿੰਡ ਦੇ ਲੋਕ ਇੱਕ ਮੁੱਠ ਹੋ ਕੇ ਸੋਸ਼ਲ ਬਾਈਕਾਟ ਕਰ ਦੇਣ ਤੇ ਮੈਂ ਸਮਝਦਾ ਇਦੋਂ ਵੱਡੀ ਚਪੇੜ, ਇਦੋਂ ਵੱਡੀ ਬੇਇੱਜ਼ਤੀ ਉਸ ਮਨੁੱਖ ਦੀ ਹੈ ਨਹੀਂ। ਜੇ ਤੁਸੀਂ ਪਬਲਿਕ ਲਾਈਫ 'ਚੋਂ ਤੁਹਾਡਾ ਪਿੰਡ ਤੁਹਾਡਾ ਸਤਿਕਾਰ ਨਹੀਂ ਕਰਦਾ, ਤੁਹਾਨੂੰ ਪਿਆਰ ਨਹੀਂ ਕਰਦਾ, ਤੁਹਾਡੇ ਨਾਲ ਨਹੀਂ ਚੱਲਦਾ। ਮੇਰੀ ਆਰਗੇਨਾਈਜੇਸ਼ਨ ਹੈ, ਮੈਂ ਹਿੱਕ ਤਾਣ ਕੇ ਕਹਿਣਾ, ਜਦੋਂ ਦੀ ਆਰਗੇਨਾਈਜੇਸ਼ਨ ਬਣੀ ਹੈ ਮੇਰੇ ਪਿੰਡ 'ਚੋਂ ਜਿੰਨੇ ਬੰਦੇ ਕਾਨਫਰੰਸ ਨੂੰ ਸੱਦ ਲਏ ਉਹਨੇ ਆ ਗਏ, ਜੇਲ੍ਹ ਨੂੰ ਜਾਣ ਵਾਸਤੇ ਸੱਦ ਲਏ ਉਹਨੇ ਆ ਗਏ, ਕਦੇ ਨਹੀਂ ਘਟੇ, ਕਦੇ ਪਿੱਛੇ ਨਹੀਂ ਹਟੇ। ਤੇ ਜੇ ਪਿੰਡ 'ਚ ਨਹੀਂ ਕੋਈ, ਘਰ 'ਚ ਨਹੀਂ ਪੁੱਛਦਾ ਤੇ ਬਾਹਰ ਜਾ ਕੇ ਮਾਰੀ ਜਾਓ ਟਾਰਾਂ, ਕੱਢੀ ਜਾਓ ਗਾਲਾਂ, ਆਪਣਾ ਮੂੰਹ ਗੰਦਾ ਕਰੀ ਜਾਓ। ਮੈਂ ਇਹੋ ਜਿਹੇ ਬੰਦੇ ਤੇ ਕੀ ਕਮੈਂਟ ਕਰਾਂ। ਬੀਜੇਪੀ ਵਾਲਿਆਂ ਨੂੰ ਰੰਜ ਬਹੁਤ ਆ ਤੁਹਾਡੇ ਤੇ, ਉਹ ਕਹਿੰਦੇ ਕਿ ਸਾਡਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਕਿਸਾਨ ਮੋਰਚੇ ਨੇ। ਅਸੀਂ ਨਹੀਂ ਕੀਤਾ, ਉਹਨਾਂ ਦੇ ਕਾਰਨਾਮਿਆਂ ਨੇ ਕੀਤਾ ਹੈ। ਉਹ ਆਪਣੇ ਅੰਦਰ ਚ ਆਤਮਾ ਹਨ। ਜੇ ਆਤਮਾ ਨਾਮ ਦੀ ਚੀਜ਼ ਜਿਉਂਦੀ ਹੈ ਫਿਰ ਉਹ ਇਨਸਾਨਾਂ ਵਾਂਗ ਸੋਚ ਸਮਝ ਕੇ ਗੱਲ ਕਰਨ। ਮੈਨੂੰ ਲੱਗਦਾ ਆਤਮਾ ਮਰ ਗਈ, ਇਸੇ ਕਰਕੇ ਉਹ ਦੂਜਿਆਂ ਤੇ ਇਲਜ਼ਾਮ ਲਾਉਂਦੇ ਨੇ। ਆਪਣੀ ਜਿਹੜੀ ਅੰਤਰ ਆਤਮਾ ਉਹਦੇ ਝਾਤ ਮਾਰ ਕੇ ਦੇਖਣਾ ਭੁੱਲ ਹੀ ਨਹੀਂ ਗਏ, ਛੱਡ ਹੀ ਗਏ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਸੋ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਮੌਜੂਦ ਸਨ। ਬਲਬੀਰ ਸਿੰਘ ਰਾਜੇਵਾਲ ਕਹਿ ਰਹੇ ਨੇ ਕਿ ਮੋਰਚੇ ਤੇ ਨਿਸ਼ਾਨਾ ਸਾਡਾ ਕਿ ਅਸੀਂ ਮੋਰਚਾ ਕਿੱਦਾਂ ਜਿੱਤਣਾ, ਬਾਕੀ ਸਾਰੀਆਂ ਚੀਜ਼ਾਂ ਬਾਅਦ ਵਿੱਚ ਨੇ। ਪ੍ਰਾਇੋਰਟੀ ਤੇ ਇਹੋ ਹੈ ਕਿ ਮੋਰਚਾ ਕਿੱਦਾਂ ਜਿੱਤਣਾ, ਫਤਿਹ ਕਿੱਦਾਂ ਹਾਸਲ ਕਰਨੀ ਹੈ, ਕਾਨੂੰਨ ਕਿੱਦਾਂ ਰੱਦ ਕਰਾਉਣੇ ਆ। ਤੇ ਕਹਿ ਰਹੇ ਨੇ ਕਿ ਸਰਕਾਰ ਤੇ ਪ੍ਰੈਸ਼ਰ ਬਹੁਤ ਹੈ, ਦੇਖਣਾ ਹੈ ਕਿ ਸਰਕਾਰ ਕਦੋਂ ਕਾਨੂੰਨ ਰੱਦ ਕਰਦੀ ਹੈ। ਤੇ ਨਾਲ ਹੀ ਕਿਹਾ ਕਿ ਬੀਜੇਪੀ ਦੇ ਆਗੂ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਗੌਰ ਕਰਨ ਇਸ ਚੀਜ਼ ਤੇ, ਇਹੋ ਜਿਹੀਆਂ ਬਿਆਨਬਾਜ਼ੀਆਂ ਨਾ ਦੇਣ। ਤੇ ਨਾਲ ਹੀ ਕਿਹਾ ਹੈ ਸਿਆਸੀ ਆਗੂਆਂ ਨੂੰ ਕਿ ਸਿਆਸੀ ਆਗੂ ਜਿਹੜੇ ਹੁਣ ਡਰਾਮਾ ਕਰ ਰਹੇ ਨੇ, ਉਹ ਸਿਆਸੀ ਜ਼ਮੀਨ ਤਲਾਸ਼ ਰਹੇ ਨੇ। ਉਹਨਾਂ ਨੂੰ ਚਾਹੀਦਾ ਸੀ ਕਿ ਜਦੋਂ ਖੇਤੀਬਾੜੀ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਸੀ ਉਸ ਸਮੇਂ ਤੇ ਵਿਰੋਧ ਕੀਤਾ ਜਾਂਦਾ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।